ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਦਸਮ ਗੁਰੂ ਸਾਹਿਬਾਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ। ਧੰਨ ਗੁਰੂ ਨਾਨਕ ਸਾਹਿਬ ਹਜ਼ੂਰ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। हवाए बंदगी अवर दर वजूद मरा, वगरना ज़ौक़े चुनी आमदन नमूद मरा। वाहिगुरु जी का खालसा, वाहिगुरु जी की फतेह। आनंद साहब की बाणी की विचार 30वीं पौड़ी कंप्लीट हो गई सी पिछली बार। अज 31वीं पौड़ी के दर्शन करने हैं महाराज। गुरु अमरदास साहिब की ब्रह्म ज्ञान की अवस्था की गल करती हुई है बाणी सानू निरंकार नाल जोड़ती है, अपने अंतर की तहां का ज्ञान दिंदी है। मन दे विच की वसिया है, कि जीवन विच तत्त है और की असल विच सानू जीवन विच प्राप्त करना है। यह ज्ञान गुरु अमरदास महाराज बख्श रहे हैं। मन नू समझना बहुत सौखा नहीं है और ये कई इहो ਜਿਹੇ अंग हैं जिन्हां दे बुनियाद ते साडा जीवन खड़ा है और कुछ इस दे इहो ਜਿਹੇ हिस्से हैं जिहदा ज्ञान सानू बिल्कुल नहीं है। गुरु अज दी पौड़ी विच यह ज्ञान दे रहे हैं कि जीवन के तत्व विच जो वसिया है उसका मेरे नाल की रिलेशनशिप है और उसकी प्राप्ति वल मैं किवें जा सकता हाँ। जिस ज्ञान की गल गुरु करता है उसनू मैं प्राप्त किस तरह करना है वो भी गुरु समझा रहा है नाल। गुरु अमरदास महाराज की यह बाणी सानू गाइड करती है जीवन बारे। बादफा असी जीवन नू जींदे हुए जीवन के सत तो लेप हाँ, निर्लेप हाँ। सानू ज्ञान नहीं है कि जीवन विच तत्त की है और बाणी है बार बार इशारा सानू करती है। आनंद साहब दी यह पौड़ियाँ मन की उस तह दियाँ गल करदी है जिन्हां च ब्रह्म ज्ञान वसिया है, जिन्हां च रेवलेशन है जीवन की, जिथे झाकी मार के सानू आनंद की प्राप्ति की गल हुंदी है। काल तो परे दा जीवन समझ आंदा है। इन्हां सब चीज़ां नू जानन लई शब्द का ज्ञान जरूरी है और फिर शब्द का ध्यान जरूरी है। जिसनू असी ध्यावांगे उसका रूप हो जाएगा मन। यह मन विच शक्ति है। मन जिस वस्तु नू ध्यानदा है उस वर्गा हो जाता है और बाणी निरंकार का रूप है महाराज। ऐसे करके गुरु नानक साहब ने सारे गुरुओं ने समझाया है। गुरु ग्रंथ साहब जी ने समझाया है कि बाणी सुरत करके एक मन एक चित करके मन विच वसाण नाल मन दे रोग हटते हैं, मन दे सत का ज्ञान हो जाता है महाराज। जीवन विच असी की करन आए हाँ, कई बार सानू आप नहीं ध्यान रहिंदा, सानू आप ज्ञान नहीं हुंदा। जो कंडीशनड माइंड है, जो सानू सिखाया गया
ਦੱਸਿਆ ਗਿਆ, ਬੋਲਿਆ ਗਿਆ, ਜਾਂ ਜੋ ਅਸੀਂ ਆਪ ਆਲੇ ਦੁਆਲੇ ਤੋਂ ਸਮਝਿਆ, ਅੱਖੋਂ ਦੇਖੀ ਜੀਵਨ ਤੋਂ ਜੋ ਜਾਣਿਆ, ਉਸੇ ਨਾਲ ਅਸੀਂ ਫੈਸਲਾ ਕਰ ਲੈਂਦੇ ਹਾਂ ਕਿ ਜੀਵਨ ਕਿੱਧਰ ਜਾਣਾ ਹੈ। ਜਾਂ ਕਈ ਵਾਰ ਸਾਨੂੰ ਕਾਬੂ ਹੀ ਨਹੀਂ ਰਹਿੰਦਾ, ਸਾਡਾ ਆਲਾ ਦੁਆਲਾ ਹੀ ਸਾਡੇ ਕੱਲ ਨੂੰ ਡਿਸਾਈਡ ਕਰ ਲੈਂਦਾ ਹੈ। ਔਰ ਕਈ ਵਾਰ ਸਾਡਾ ਮਨ ਵੀ ਬੇਕਾਬੂ ਹੋ ਕੇ ਸਾਨੂੰ ਖਿੱਚ ਕੇ ਲੈ ਜਾਂਦਾ ਹੈ। ਇਹ ਸਾਡੇ ਹੀ ਸੰਸਕਾਰ ਹਨ। ਅਸੀਂ ਮਨ ਨੂੰ ਐਮਪਾਵਰ ਕੀਤਾ ਹੈ। ਥਾਟ ਜਦੋਂ ਬਾਰ-ਬਾਰ ਇੱਕ ਹੀ ਜਗ੍ਹਾ ਤੇ ਅਗਰ ਵਿਜ਼ਿਟ ਕਰਦੀ ਹੈ ਮਨ ਵਿੱਚ, ਤਾਂ ਮਨ ਦਾ ਉਹ ਹਿੱਸਾ ਪ੍ਰਬਲ ਹੋ ਜਾਂਦਾ, ਉਸ ਦੀ ਪਕੜ ਸਾਡੇ ਤੇ ਸਬਕੌਂਸ਼ੀਅਸ ਲੈਵਲ ਤੱਕ ਪਹੁੰਚ ਜਾਂਦੀ ਹੈ, ਔਰ ਉਹ ਇੱਕ ਸ਼ਾਰਟਕਟ ਵਿੱਚ ਜਾ ਕੇ ਬਿਨਾਂ ਸੋਚੇ ਸਮਝੇ ਟ੍ਰਿਗਰ ਹੋ ਜਾਂਦਾ ਹੈ। ਕਈ ਮਨ ਦੇ ਸੰਸਕਾਰ ਇਸੇ ਤਰ੍ਹਾਂ ਚੱਲਦੇ ਹਨ। ਗੁਰੂ ਨੇ ਇਹਦੇ ਵਿੱਚ ਇੱਕ ਫਿਲਟਰ ਲਗਾਇਆ ਹੈ ਫਿਰ, ਕਿ ਬਾਣੀ ਨਾਲ ਸੁਚੇਤ ਰਹੋ। ਕਰਮਾਂ ਦੇ ਇਸ ਸੰਸਕਾਰ ਤੋਂ ਮਨ ਨੂੰ ਹਟਾ ਸਕਦੀ ਹੈ ਬਾਣੀ। ਸੰਗਤ ਵਿੱਚ ਗਾਓ ਬਾਣੀ ਨੂੰ। ਆਓ ਅੱਜ ਇਸ 31ਵੀਂ ਪੌੜੀ ਦੇ ਦਰਸ਼ਨ ਕਰਦੇ ਹਾਂ ਮਹਾਰਾਜ। ਕੁਝ ਵਪਾਰ ਦੀ ਗੱਲ ਚੱਲ ਰਹੀ ਹੈ ਅੱਜ। ਗੁਰੂ ਇੱਕ ਨਵੇਂ ਢੰਗ ਨਾਲ ਸਮਝਾਉਣ ਦਾ ਯਤਨ ਕਰਦਾ ਹੈ, ਕਦੇ ਖੇਤੀ ਦੇ ਜ਼ਰੀਏ, ਕਦੇ ਵਪਾਰ ਦੇ ਜ਼ਰੀਏ, ਕਿਸੇ ਇਸ ਰੂਪ ਵਿੱਚ ਜਿਹੜਾ ਸਾਡੇ ਮਨ ਵਿੱਚ ਘਰ ਕਰ ਜਾਏ, ਤਾਂ ਕਿ ਸਾਨੂੰ ਫਿਰ ਇਸ ਮਾਰਗ ਤੇ ਚੱਲਣ ਲਈ ਪ੍ਰੇਰਨਾ ਮਿਲੇ। ਆਓ ਹਜ਼ੂਰ 31ਵੀਂ ਪੌੜੀ ਨੂੰ ਪੜ੍ਹਦੇ ਹਾਂ 2 ਵਾਰ, ਫਿਰ ਇਹਦੀ ਵਿਚਾਰ ਵਿੱਚ ਉਤਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਵਾਹਿਗੁਰੂ ਜੀ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਤਿਆੜੀ। ਇਹ ਤਨ ਤਿਨਾ ਮਿਲਿਆ, ਜਿਨ ਹਰ ਆਪੇ ਪਾਣਾ। ਕਹਿ ਨਾਨਕ ਹਰ ਰਾਸ ਮੇਰੀ, ਮਨ ਹੁਆ ਵਣਜਾਰਾ। ਕਹਿ ਨਾਨਕ ਹਰ ਰਾਸ ਮੇਰੀ, ਮਨ ਹੁਆ ਵਣਜਾਰਾ। ਵਾਹਿਗੁਰੂ ਜੀ। ਜੀਵਨ ਦੇ ਵਿੱਚ ਅਗਰ 3 ਤੱਤ ਗਿਣੇ ਜਾਣ, ਉਹਦੇ ਵਿੱਚ 2 ਤੱਤ ਸਾਨੂੰ ਗਿਆਨ ਹਨ। ਇੱਕ ਤਾਂ ਮੇਰਾ ਮਨ ਹੈ, ਉਹਦਾ ਸਾਨੂੰ ਅਧੂਰਾ ਗਿਆਨ ਹੈ। ਇੱਕ ਮੇਰੀ ਈਗੋ ਹੈ, ਜਿਹਦੇ ਵਿੱਚ ਮੈਂ ਸਵਾਰ ਹੋ ਕੇ ਜੀਵਨ ਨੂੰ ਜੀਂਦਾ ਹਾਂ। ਹਉਮੈ ਦੇ ਵਿੱਚ ਹੀ ਮੈਂ ਸਵਾਰ ਹੋ ਕੇ ਜੀਵਨ ਨੂੰ ਜੀਂਦਾ ਹਾਂ। ਮੈਨੂੰ ਸਮਝ ਪੈਂਦੀ ਹੈ ਜੀਵਨ ਨੂੰ ਜੀ ਰਿਹਾ ਹਾਂ ਮੈਂ। ਔਰ ਜਦੋਂ ਮੈਂ ਇੰਟੈਂਸਿਟੀ ਵਿੱਚ ਜੀਵਨ ਨੂੰ ਜੀਂਦਾ ਹਾਂ, ਤਾਂ ਉਸ ਵੇਲੇ ਇਹ ਹਉਮੈ ਗਿਰ ਜਾਂਦੀ ਹੈ। ਅਗਰ ਕੋਈ ਵੀ ਕਾਰਜ ਮੈਂ ਬਹੁਤ ਗਹਿਨ ਧਿਆਨ ਵਿੱਚ ਕਰਾਂ, ਜਿੱਥੇ ਪੂਰਾ ਮਨ ਲੱਗ ਜਾਏ, ਤਾਂ ਫਿਰ ਹਉਮੈ ਨਜ਼ਰ ਨਹੀਂ ਆਉਂਦੀ ਕਿੱਥੇ ਹੈ। ਕਈ ਵਾਰ ਇਹ ਹੁੰਦਾ ਹੈ, ਕੋਈ ਕਹਿੰਦਾ ਹੈ ਮੈਂ ਆਇਆ ਸੀ, ਤੁਸੀਂ ਮੈਨੂੰ ਦੇਖਿਆ ਨਹੀਂ, ਜਾਂ ਮੈਂ ਬੁਲਾਉਂਦਾ ਸੀ, ਤੁਸੀਂ ਆਏ ਨਹੀਂ, ਤਾਂ ਅਸੀਂ ਕਹਿੰਦੇ ਹਾਂ ਮੇਰਾ ਧਿਆਨ ਕਿਧਰੇ ਹੋਰ ਸੀ। ਤਾਂ ਮੈਂ ਇੱਕ ਇਹੋ ਜਿਹੀ ਅਵਸਥਾ ਹੈ ਜਿਸ ਨੂੰ ਅਧੂਰੇਪਨ ਵਿੱਚ ਹੀ ਜੀਆ ਜਾ ਸਕਦਾ ਹੈ, ਪੂਰਨ ਵਿੱਚ ਨਹੀਂ। ਅਗਰ ਪੂਰਾ ਧਿਆਨ ਲੱਗੇਗਾ ਤਾਂ ਮੈਂ ਗਿਰ ਜਾਏਗੀ, ਕਿਉਂਕਿ ਜੀਵਨ ਦੀ ਪੂਰਨਤਾਈ ਵਿੱਚ ਨਿਰੰਕਾਰ ਹੈ। ਹਉਮੈ ਤਾਂ ਇੱਕ ਅਧੂਰਾ ਔਰ ਇਨਕੰਪਲੀਟ ਤੜਫਦਾ ਹੋਇਆ ਟੂਲ ਹੈ, ਜਿਹਦੇ ਨਾਲ ਅਸੀਂ ਜੀਵਨ ਨੂੰ ਜੀਂਦੇ ਹਾਂ।
ਤਾਂ ਹੀ ਅਸੀਂ ਤ੍ਰਿਸ਼ਨਾ ਕਰਦੇ ਹਾਂ ਜਦੋਂ ਹਉਮੈ ਵਿੱਚ ਰਹਿੰਦੇ ਹਾਂ। ਹਉਮੈ ਨਾਲ ਤ੍ਰਿਸ਼ਨਾ ਦੀ ਲੋੜ ਪੈ ਜਾਂਦੀ ਹੈ, ਕਿਉਂਕਿ ਮੇਰਾ ਅਧੂਰਾਪਨ ਵਿਆਕੁਲ ਕਰਦਾ ਹੈ, ਪਰੇਸ਼ਾਨ ਕਰਦਾ ਹੈ। ਮੈਂ ਇਨਕੰਪਲੀਟ ਹਾਂ। ਤਾਂ ਅਸੀਂ ਕਹਿੰਦੇ ਹਾਂ ਮੈਂ ਬੋਰ ਹੋ ਗਿਆ, ਕਿਧਰੇ ਜਾਣਾ ਚਾਹੀਦਾ ਹੈ, ਮੈਂ ਬਾਹਰ ਜਾਂਦਾ ਹਾਂ, ਕਿਸੇ ਨੂੰ ਮਿਲਣ ਜਾਂਦਾ ਹਾਂ। ਇਹ ਸਭ ਮੇਰੇ ਭਟਕਣ ਦੀ ਨਿਸ਼ਾਨੀਆਂ ਹਨ। ਮੈਂ ਨਹੀਂ ਕਹਿ ਰਿਹਾ ਕਿ ਬਾਹਰ ਜਾਣਾ ਗਲਤ ਹੈ। ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਜੀਵਨ ਨੂੰ ਜੀਣਾ ਨਹੀਂ ਹੈ। ਮੈਂ ਇਹ ਕਹਿ ਰਿਹਾ ਕਿ ਜਿਸ ਜੀਵਨ ਨੂੰ ਅਸੀਂ ਜੀ ਰਹੇ ਹਾਂ ਉਹ ਜੀਵਨ ਹੀ ਅਧੂਰਾ ਹੈ। ਉਹ ਸੱਤ ਦਾ ਜੀਵਨ ਨਹੀਂ ਹੈ, ਉਹ ਪੂਰਾ ਜੀਵਨ ਨਹੀਂ ਹੈ। ਉਹ ਇੱਕ ਟ੍ਰਾਂਜ਼ੀਐਂਟ ਮੋਡ ਵਿੱਚ ਚੇਂਜਿੰਗ ਜੀਵਨ ਹੈ। ਹੈਰਾਕਲਿਟਸ ਇੱਕ ਗ੍ਰੀਕ ਐਸਟ੍ਰੋਲੋਜਰ ਬੜੀ ਪਿਆਰੀ ਗੱਲ ਕਰਦਾ ਹੈ। ਕਹਿੰਦਾ ਮੈਨ ਕੈਨ ਨੈਵਰ ਐਂਟਰ ਦ ਸੇਮ ਰਿਵਰ ਟਵਾਈਸ। ਇੱਕ ਨਦੀ ਵਿੱਚ ਇੱਕੋ ਨਦੀ ਵਿੱਚ ਇੱਕ ਇਨਸਾਨ ਦੁਬਾਰਾ ਨਹੀਂ ਜਾ ਸਕਦਾ, ਇੱਕ ਵਾਰ ਹੀ ਜਾ ਸਕਦਾ ਹੈ, ਕਿਉਂਕਿ ਉਹ ਨਦੀ ਬਦਲ ਰਹੀ ਹੈ ਮਹਾਰਾਜ, ਔਰ ਉਹ ਇਨਸਾਨ ਵੀ ਬਦਲ ਰਿਹਾ ਹੈ। ਇਹ ਸਭ ਕੁਝ ਜੋ ਅਸੀਂ ਜੀਂਦੇ ਹਾਂ, ਜੋ ਅਸੀਂ ਜਾਣਦੇ ਹਾਂ, ਜਿਹਦੇ ਵਿੱਚ ਅਸੀਂ ਆਪਣਾ ਜੀਵਨ ਬਤੀਤ ਕਰ ਰਹੇ ਹਾਂ, ਇਹ ਸਭ ਬਦਲਾਵ ਵਿੱਚ ਹੈ। ਔਰ ਉਹਦੇ ਵਿੱਚ ਕਦੇ ਚੰਗਾ ਹੈ, ਕਦੇ ਹੋਰ ਚੰਗਾ ਹੈ, ਕਦੇ ਮਾੜਾ ਹੈ, ਕਦੇ ਹੋਰ ਮਾੜਾ ਵੀ ਹੋ ਸਕਦਾ ਹੈ। ਤਾਂ ਜੀਵਨ ਇੱਕ ਹੋਪਲੈਸ ਜੀ ਚੀਜ਼ ਲੱਗਦਾ ਹੈ। ਫਿਰ ਗੁਰੂ ਇਹਦਾ ਉਲਟ ਕਹਿ ਰਿਹਾ ਹੈ। ਗੁਰੂ ਕਹਿ ਰਿਹਾ ਹੈ ਕਿ ਜੀਵਨ ਦਾ ਤਰੀਕਾ ਹੀ ਗਲਤ ਹੈ, ਦੇਖਣ ਦਾ ਤਰੀਕਾ ਗਲਤ ਹੈ। ਕਿਸ ਨੂੰ ਮੁੱਖ ਕਰਕੇ ਜੀਣਾ ਹੈ, ਇਹ ਪੌੜੀ ਉਸ ਦਾ ਗਿਆਨ ਦੇ ਰਹੀ ਹੈ ਮਹਾਰਾਜ। ਦਰਅਸਲ ਗੱਲ ਕੀ ਹੈ ਕਿ ਗੁਰੂ ਦੇ ਸਾਹਮਣੇ ਨਿਰੰਕਾਰ ਪ੍ਰਤੱਖ ਹੈ, ਵਾਈਬ੍ਰੈਂਟ ਐਨਰਜੀ ਹੈ। ਬਾਹਰ ਭੀਤਰ ਗੁਰੂ ਉਸ ਨੂੰ ਜਾਣਦਾ ਹੈ, ਉਹਨੂੰ ਜੀ ਰਿਹਾ ਹੈ, ਔਰ ਮੈਨੂੰ ਉਹ ਬਿਲਕੁਲ ਦਿਖ ਨਹੀਂ ਰਹੀ ਹੈ। ਤਾਂ ਜਿਹੜੀਆਂ ਦੋ ਗੱਲਾਂ ਦੀ ਵਿਚਾਰ ਅਸੀਂ ਕਰੀ, ਇੱਕ ਤੇ ਮਨ, ਦੂਸਰਾ ਮੇਰਾ ਈਗੋ, ਇਹਦੇ ਵਿੱਚ ਤੇ ਕੁਝ ਗਿਆਨ ਮੈਨੂੰ ਹੈ ਕਿ ਇਹ ਕੀ ਚੀਜ਼ਾਂ ਨੇ, ਪਰ ਤੀਸਰੇ ਦਾ ਮੈਨੂੰ ਬਿਲਕੁਲ ਗਿਆਨ ਨਹੀਂ ਹੈ। ਉਹ ਲੋਪ ਹੈ, ਉਹ ਨਿਰੰਕਾਰ ਹੈ। ਔਰ ਮੇਰਾ ਈਗੋ ਦਾ, ਮੇਰੇ ਮਨ ਦਾ ਔਰ ਨਿਰੰਕਾਰ ਦਾ ਇਹ ਟਰਾਇੰਗਲ ਸਾਰੇ ਜੀਵਨ ਨੂੰ ਡਿਫਾਈਨ ਕਰਦਾ ਹੈ। ਅਸੀਂ ਜਿਸ ਜੀਵਨ ਨੂੰ ਜੀਵਨ ਸਮਝਦੇ ਹਾਂ, ਉਹ ਜੀਵਨ ਆਈਡੀਅਲ ਨਹੀਂ ਹੈ। ਨਾ ਤੇ ਉੱਥੇ ਪਰਫੈਕਸ਼ਨ ਹੈ, ਨਾ ਉੱਥੇ ਸਦਾ ਲਈ ਸੁੱਖ ਹੈ, ਨਾ ਹੀ ਉੱਥੇ ਵਿਕਾਸ ਹੈ, ਔਰ ਨਾ ਹੀ ਉਹ ਜੀਵਨ ਵੀ ਸਦਾ ਲਈ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸੁਖਮਨੀ ਸਾਹਿਬ ਦੀ ਪੌੜੀਆਂ ਕਈ ਵਾਰ ਇਹੋ ਜਿਹੀ ਨਿਸ਼ਾਨੀਆਂ ਸਾਡੇ ਮਨ ਵਿੱਚ ਛੱਡ ਦਿੰਦੀਆਂ ਹਨ ਕਿ ਮਨ ਸੋਚਣ ਵਿੱਚ ਮਜਬੂਰ ਹੋ ਜਾਂਦਾ ਹੈ। ਬਹੁਤ ਡੂੰਘੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਔਰ ਇੱਕ ਇੱਕ ਪੌੜੀ ਆਪਣੇ ਆਪ ਵਿੱਚ ਸਮੁੰਦਰ ਦੀ ਤਰ੍ਹਾਂ ਹੈ, ਜਿਹਦੇ ਵਿੱਚ ਮੈਂ ਆਪਣੇ ਆਪ ਨੂੰ ਗਵਾ ਸਕਦਾ ਹਾਂ। ਜਿਵੇਂ ਮੈਂ ਕੋਈ ਕਾਰਜ ਪੂਰੀ ਤਰ੍ਹਾਂ ਕਰਾਂ ਤਾਂ ਮੈਂ ਭੁੱਲ ਜਾਂਦਾ ਹੈ। ਇਸੇ ਤਰ੍ਹਾਂ ਅਗਰ ਬਾਣੀ ਨੂੰ ਮੈਂ ਪੂਰੇ ਧਿਆਨ ਵਿੱਚ ਆਪਣੇ ਮਨ ਵਿੱਚ ਉਤਾਰਾਂ ਤਾਂ ਮੈਂ ਗਵਾਚ ਜਾਂਦਾ ਹੈ। ਗੱਲ ਤੇ ਸਾਰੀ ਸ਼ਬਦ ਔਰ ਸੁਰਤ ਦੀ ਹੈ ਮਹਾਰਾਜ। ਕਮਾਈ ਨਹੀਂ ਜਾ ਰਹੀ, ਇਹ ਵੀ ਗੱਲ ਸਮਝ ਆ ਰਹੀ ਹੈ। ਅੱਜ ਥੋੜਾ ਵਿਚਾਰਦੇ ਹਾਂ, ਕਿਉਂ ਨਹੀਂ ਕਮਾਈ ਜਾ ਰਹੀ? ਮੇਰੇ ਮਨ ਵਿੱਚ ਕੀ ਵਿਘਨ ਹਨ ਜਿਹਦੇ ਕਾਰਨ ਇਹ ਸਭ ਕੁਝ ਹੋ ਰਿਹਾ ਹੈ?
ਸਾਨੂੰ ਇਹ ਲੱਗਦਾ ਹੈ ਕਿ ਵਿਵਹਾਰਕ ਜੀਵਨ ਜੀਂਦੇ ਹੋਏ ਸਾਡੇ ਕੋਲ ਸ਼ਕਤੀ ਨਹੀਂ ਬਚਦੀ ਹੈ। ਗੱਲ ਬਿਲਕੁਲ ਠੀਕ ਹੈ, ਪਰ ਅਗਰ ਇਹ ਸਭ ਕੁਝ ਛੱਡ ਦਿਆਂਗੇ ਤਾਂ ਮਨ ਫਿਰ ਬਿਲਕੁਲ ਖੋਖਲਾ ਹੋ ਜਾਏਗਾ, ਕਿਉਂਕਿ ਮਨ ਦੀ ਹਾਲੇ ਨੀਡ ਨਹੀਂ ਹੈ ਕਿ ਨਿਰੰਕਾਰ ਨੂੰ ਮਿਲਣਾ ਹੈ। ਉਹ ਨੀਡ ਸਿਰਫ ਗ੍ਰਸਤ ਔਰ ਜੀਵਨ ਦੇ ਵਿੱਚ ਰਹਿ ਕੇ ਹੀ ਅਰਾਈਵ ਹੁੰਦੀ ਹੈ, ਉਸ ਤੋਂ ਬਿਨਾਂ ਨਹੀਂ। ਤਾਂ ਆਪ ਦੇਖਣਾ ਕਿ ਕਈ ਇਹੋ ਜਿਹੇ ਮਤ ਹਨ ਜਿੱਥੇ ਗ੍ਰਸਤ ਜੀਵਨ ਤਿਆਗ ਕੇ ਜੀਆ ਜਾਂਦਾ ਹੈ। ਨਨਰੀਜ਼ ਹਨ ਬਹੁਤ ਜ਼ਿਆਦਾ, ਤਿੱਬਤ ਵਿੱਚ ਹਨ, ਕ੍ਰਿਸਚੈਨਿਟੀ ਵਿੱਚ ਹਨ, ਹੋਰ ਵੀ ਮਤ ਵਿੱਚ ਹੋਣਗੇ। ਉਹਨਾਂ ਚੋਂ ਕਿਤਨਿਆਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੁੰਦੀ ਹੈ, ਇਹ ਦੇਖਣਾ ਥੋੜਾ ਜ਼ਰੂਰੀ ਹੈ। ਉਹਨਾਂ ਤੇ ਕੋਈ ਭਾਰ ਨਹੀਂ ਹੈ, ਸੁਰਖਰੂ ਹਨ ਉਹ। ਜਿੱਥੇ ਅਸੀਂ ਬੈਠੇ ਹਾਂ ਉਸ ਦੇ ਬਿਲਕੁਲ ਉਲਟ ਜੀਵਨ ਹੈ। ਅਸੀਂ ਉਲਝੇ ਹਾਂ ਪੂਰੀ ਤਰ੍ਹਾਂ ਮਾਤਾ ਪਿਤਾ, ਬੱਚਿਆਂ ਵਿੱਚ, ਜੀਵਨ ਵਿੱਚ, ਗ੍ਰਸਤੀ ਵਿੱਚ, ਕਰੀਅਰ, ਕਾਰੋਬਾਰ, ਸੋਸਾਇਟੀ, ਲੈਣ ਦੇਣ ਦੇ ਵਿੱਚ ਪੂਰੀ ਤਰ੍ਹਾਂ ਅਸੀਂ ਗ੍ਰਸਤ ਹਾਂ। ਸਾਡੀ ਪੂਰੀ ਐਨਰਜੀ ਇੱਥੇ ਵਸੀ ਹੋਈ ਹੈ। ਉਹਨਾਂ ਦਾ ਕੁਝ ਵੀ ਨਹੀਂ ਹੈ ਇਸ ਤਰ੍ਹਾਂ ਦਾ, ਪਰ ਉਹ ਬਣ ਜਾਂਦਾ ਹੈ। ਉੱਥੇ ਉਹ ਆਪਣੀਆਂ ਸਟਰਗਲਸ ਬਣਾ ਲੈਂਦੇ ਹਨ, ਕਰੀਅਰ ਬਣਾ ਲੈਂਦੇ ਹਨ। ਜਿੱਥੇ ਵੀ ਉਹ ਹੁੰਦੇ ਹਨ ਆਪਣੀ ਹਾਇਰਾਰਕੀ ਦੇ ਵਿੱਚ ਐਨਰਜੀ ਲਗਾਉਣੀ ਸ਼ੁਰੂ ਕਰ ਦਿੰਦੇ ਹਨ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਨੂੰ ਅਸੀਂ ਫ੍ਰੀ ਕਰਦੇ ਹਾਂ, ਜੀਵਨ ਤੋਂ ਬਿਲਕੁਲ ਮੁਕਤ ਕਰਕੇ ਅਲੱਗ ਬਿਠਾ ਦਿੰਦੇ ਹਾਂ ਕਿ ਤੇਰੇ ਤੇ ਕੋਈ ਭਾਰ ਨਹੀਂ ਹੈ, ਤੂੰ ਬ੍ਰਹਮ ਗਿਆਨ ਦੀ ਖੋਜ ਵਿੱਚ ਨਿਕਲ, ਉਹ ਵੀ ਆਪਣੇ ਆਲੇ ਦੁਆਲੇ ਇੱਕ ਡੰਬਰ ਖੜਾ ਕਰ ਦਿੰਦਾ ਹੈ। ਤਾਂ ਫਿਰ ਇਹ ਸਮਝ ਆਉਂਦੀ ਹੈ ਕਿ ਇਹਨੂੰ ਤਿਆਗਣ ਨਾਲ ਵੀ ਨਹੀਂ ਮਿਲਣਾ ਹੈ, ਔਰ ਇਹਦੇ ਵਿੱਚ ਰਹਿ ਕੇ ਜਿਹੜੀ ਐਨਰਜੀ ਚਾਹੀਦੀ ਹੈ ਸਾਨੂੰ ਨਿਰੰਕਾਰ ਨੂੰ ਜਾਣਨ ਲਈ, ਉਹਦਾ ਪ੍ਰਸ਼ਨ ਹੀ ਜੀਵਨ ਦੇ ਵਿੱਚ ਰਹਿ ਕੇ ਉੱਠੇਗਾ, ਨਹੀਂ ਤਾਂ ਪ੍ਰਸ਼ਨ ਹੀ ਨਹੀਂ ਉੱਠੇਗਾ। ਜੀਵਨ ਨੂੰ ਅਸੀਂ ਤਾਂ ਹੀ ਜਾਣਾਂਗੇ ਕਿ ਜੀਵਨ ਹੈ ਕੀ, ਜਦੋਂ ਉਹਨੂੰ ਜੀਵਾਂਗੇ। ਜੀਵਨ ਦਾ ਦੁੱਖ ਸਾਹਮਣੇ ਆਏਗਾ, ਜੀਵਨ ਦਾ ਤੱਤ ਸਾਹਮਣੇ ਆਏਗਾ ਕਿ ਕੀ ਹੈ ਜੀਵਨ। ਜਿਸ ਨੂੰ ਅਸੀਂ ਜੀ ਰਹੇ ਹਾਂ ਉਹ ਸਾਨੂੰ ਸੁੱਖ ਨਹੀਂ ਦੇ ਰਿਹਾ ਤਾਂ ਬਾਰ-ਬਾਰ ਦਰਦ ਦੇਗਾ। ਉੱਥੋਂ ਹੀ ਨੀਡ ਔਰ ਪ੍ਰਸ਼ਨ ਉੱਠੇਗਾ ਜੀਵਨ ਦੇ ਤੱਤ ਗਿਆਨ ਵੱਲ ਜਾਣ ਲਈ। ਤਾਂ ਜਿਸ ਨੂੰ ਅਸੀਂ ਸਮਝਦੇ ਹਾਂ ਕਿ ਥੋੜੀ ਵੇਲ ਮਿਲ ਜਾਏ, ਉਹ ਸ਼ਾਇਦ ਇੰਨਾ ਸੱਚ ਨਹੀਂ ਹੈ। ਇਹਦੇ ਵਿੱਚ ਰਹਿੰਦੇ ਹੋਏ ਸਾਨੂੰ ਇਹ ਸਮਝ ਆ ਜਾਂਦੀ ਹੈ, ਅਗਰ ਇਹਨੂੰ ਅਸੀਂ ਪੂਰੇ ਤਰੀਕੇ ਨਾਲ ਦੇਖੀਏ, ਧਿਆਨ ਵਿੱਚ ਰਹੀਏ। ਗੁਰੂ ਕਹਿੰਦਾ ਹੈ ਜੋ ਛੱਡਣਾ ਸੋ ਅਸਥਿਰ ਕਰਮਾਂ ਨੇ, ਜੋ ਹੋਵਨ ਸੋ ਦੂਰ ਪਰਾਨੇ। ਜਿਸ ਨੂੰ ਅਸੀਂ ਛੱਡ ਦੇਣਾ ਹੈ ਉਸ ਨੂੰ ਮੈਂ ਸਦਾ ਲਈ ਜਾਣਦਾ ਹਾਂ ਕਿ ਇਹ ਸਦਾ ਲਈ ਹੈ, ਔਰ ਜੋ ਹੈ ਮੇਰੇ ਆਲੇ ਦੁਆਲੇ ਉਸ ਨੂੰ ਮੈਂ ਦੂਰ ਜਾਣਦਾ ਹਾਂ। ਛੋੜ ਜਾਏ ਤਿਸ ਕਾ ਸ਼ਰਮ ਕਰੇ। ਜਿਸ ਨੂੰ ਛੱਡ ਕੇ ਜਾਣਾ ਹੈ ਉਹਦੇ ਲਈ ਮਿਹਨਤ ਕਰਦਾ ਹੈ, ਮੁਸ਼ੱਕਤ ਕਰਦਾ ਹੈ। ਔਰ ਜੋ ਮੇਰੇ ਸੰਗ ਹੈ ਉਸ ਦੇ ਵਾਸਤੇ ਮੈਂ ਮਿਹਨਤ ਨਹੀਂ ਕਰਦਾ ਹਾਂ। ਸੰਗ ਸਹਾਈ ਤਿਸ ਪਰ ਹਰੇ। ਮਹਾਰਾਜ ਸਾਨੂੰ ਇਹ ਸਮਝਾ ਰਹੇ ਹਨ ਕਿ ਜੀਵਨ ਦਾ ਗਿਆਨ ਦੇਖਣ ਦੇ ਨਜ਼ਰੀਏ ਤੋਂ ਬਦਲੀ ਹੁੰਦਾ ਹੈ। ਥੋੜਾ ਜਿਹਾ ਨੇੜੇ ਹੋ ਕੇ ਜੀਵਨ ਨੂੰ ਦੇਖਣ ਦੀ ਲੋੜ ਹੈ ਕਿ ਜੀਵਨ ਸਦਾ ਲਈ ਨਹੀਂ ਹੈ। ਮੈਂ ਇਸ ਨੂੰ ਛੱਡ ਕੇ ਜਾਣਾ ਹੈ। ਗੁਰੂ ਸਾਹਿਬ ਕਹਿੰਦੇ ਹਨ पहला मरण कबूल जीवन की छड़ास हो सबना की रहन का तबाह हमारे पास। ਇਹਨੂੰ ਜਾਣ ਲੈ ਕੇ ਇੱਕ ਦਿਨ ਤੇਰੀ ਮ੍ਰਿਤਿੂ ਹੋਣੀ ਹੈ ਕਿ ਇਹ ਕਿਧਰੇ ਰਸਤਾ ਖਤਮ ਹੋ ਰਿਹਾ ਹੈ
ਤਾਂ ਫਿਰ ਪ੍ਰਸ਼ਨ ਉੱਠਦਾ ਹੈ ਇਸ ਤੋਂ ਬਾਅਦ ਕੀ ਹੈ। ਹਉਮੈ ਵਾਲੇ ਜੀਵਨ ਵਿੱਚ ਤਿੰਨ ਚੀਜ਼ਾਂ ਸਾਨੂੰ ਸਾਡੇ ਨਾਲ ਸਦਾ ਰਹਿਣਗੀਆਂ। ਤ੍ਰਿਸ਼ਨਾ ਰਹੇਗੀ, ਭਟਕਣ ਰਹੇਗੀ ਔਰ ਡਰ ਰਹੇਗਾ। ਔਰ ਇਹ ਹਉਮੈ ਦੇ ਜੀਵਨ ਦੇ ਵਿੱਚ ਲਾਜ਼ਮੀ ਹੈ, ਕਿਉਂਕਿ ਹਉਮੈ ਆਪਣੇ ਆਪ ਵਿੱਚ ਸੱਚ ਨਹੀਂ ਹੈ ਮਹਾਰਾਜ, ਇਹ ਥਿਰ ਨਹੀਂ ਹੈ, ਬਿਲਕੁਲ ਥਿਰ ਨਹੀਂ ਹੈ। ਸਦਾ ਹੀ ਮੇਰੇ ਮਨ ਵਿੱਚ ਵਿਚਾਰ ਚੱਲਦੇ ਰਹਿੰਦੇ ਹਨ। ਨਸ਼ਾ ਹੀ ਜੀਵਨ ਦਾ ਨਹੀਂ ਆਉਂਦਾ ਹੈ, ਕਿਉਂਕਿ ਮੇਰੀ ਪੂਰੀ ਊਰਜਾ ਵਿਚਾਰਾਂ ਦੇ ਵਿੱਚ ਹੀ ਚੱਲਦੀ ਜਾ ਰਹੀ ਹੈ। ਇਹ ਵਿਚਾਰ ਦਾ ਸੋਰਸ ਕੀ ਹੈ? ਮੈਂ ਹੀ ਐਨਰਜਾਈਜ਼ ਕਰਦਾ ਹਾਂ ਵਿਚਾਰਾਂ ਨੂੰ। ਕੋਈ ਇੱਕ ਵਿਚਾਰ ਆਉਂਦੀ ਹੈ, ਮੈਂ ਕਹਿੰਦਾ ਹਾਂ ਮੇਰਾ ਵਿਚਾਰ ਹੈ, ਔਰ ਫਿਰ ਮੈਂ ਉਹਦੇ ਪਿੱਛੇ ਲੱਗ ਜਾਂਦਾ ਹਾਂ। ਜਾਂ ਤਾਂ ਉਹਦੇ 'ਚੋਂ ਮੈਨੂੰ ਕੁਛ ਰਸ ਆਉਂਦਾ ਹੈ ਤਾਂ ਮੈਂ ਲੱਗਦਾ ਹਾਂ, ਜਾਂ ਡਰ ਆਉਂਦਾ ਹੈ ਤਾਂ ਲੱਗਦਾ ਹਾਂ, ਜਾਂ ਫਿਰ ਇਸੇ ਤਰ੍ਹਾਂ ਭਟਕਣ ਵਿੱਚ ਹੀ ਚੱਲਦਾ ਰਹਿੰਦਾ ਹਾਂ। ਜੀਵਨ ਕੀ ਹੈ ਮਹਾਰਾਜ? ਇਹ ਸਭ ਚੇਂਜਿੰਗ ਮਾਈਂਡ ਦੇ ਪਰੇ ਦਾ ਜੀਵਨ ਕੁਝ ਹੋਰ ਹੈ, ਔਰ ਇਸ ਦੇ ਅੰਦਰ ਰਹਿਣ ਵਾਲਾ ਜੀਵਨ ਕੁਝ ਹੋਰ ਹੈ। ਗੁਰੂ ਜਦੋਂ ਤੱਤ ਗਿਆਨ ਦੀ ਗੱਲ ਕਰਦੇ ਹਨ ਤਾਂ ਸਾਨੂੰ ਇਹ ਦੱਸ ਰਹੇ ਹਨ ਕਿ ਜੀਵਨ ਜੋ ਹੈ ਉਸ ਨੂੰ ਉਸੇ ਤਰ੍ਹਾਂ ਦੇਖ, ਤਾਂ ਜੀਵਨ ਦੇ ਪਾਰ ਜਾਣ ਦੀ ਸ਼ਕਤੀ, ਊਰਜਾ, ਕਨੈਕਟੀਵਿਟੀ ਉੱਥੋਂ ਮਿਲੇਗੀ। ਕਾਲ ਕਰਕੇ ਮੈਂ ਡਰਦਾ ਹਾਂ, ਔਰ ਉਸੇ ਕਰਕੇ ਮੈਂ ਭਟਕਦਾ ਵੀ ਹਾਂ। ਫਿਰ ਗੁਰੂ ਸਾਨੂੰ ਸਮਝਾਉਂਦਾ ਹੈ ਕਿ ਇਸ ਨੂੰ ਜਾਣ ਕੇ ਹੈ ਕੀ, ਤਾਂ ਇਹਦੇ ਪਾਰ ਦਾ ਇੱਕ ਜੀਵਨ ਮਿਲੇਗਾ। ਕਾਲ ਨਾ ਆਵੇ ਮੂੜੇ ਚੀਤ। कितनी ही जुगतियां मैं वरत रहा हाँ, याहू जुगत बिहाने कई जन्म। केड़ी जुगती महाराज? काल ना आवे मूड़े चीत, बैर विरोध काम क्रोध मोह, झूठ विकार महालोभ त्रो। धोखा, झूठ, विकार, कॉन्फ्लिक्ट, इस जुगत नाल मैं कई जन्म जी रहा हाँ महाराज। एक रस्ते विच एक इंसान निकलिया है, अपने आप लभना शुरू करता है, हर बार गलत रस्ता लभदा है, कई बार गलत लभदा है तो पुकारदा है। गुरु महाराज कहते हैं कि अरदास करके पुकार, नानक राख ले आपन कर कर्म। अंधकूप में पतित विकराल, नानक काढ़ ले प्रभ दयाल। गुरु कहता है करतार करुणा में दीन बेनती करे। यही एनर्जी सानू ड्राइव करेगी सत वल, सत दे ज्ञान वल। यही पुकार साडे काम आएगी। और जदों असी जीवन नू छड्ड देंगे तो यह पुकार भी नहीं आएगी फिर, क्योंकि जीवन नू गहरे तरीके नाल देखण दा नज़रिया ही नहीं रहिंदा है। ईगो अपने कई अडंबरां नाल सानू फसा दिंदी है। गुरु अज रास की गल करते हैं, एक ट्रेडिंग की गल करते हैं, हट्ठी दुकान, और जीवन नू उस दे थ्रू सानू समझाना चाहते हैं कि जीवन की है। महाराज दसते हैं हर रास मेरी मन वंजारा। निरंकार रास है और मेरा मन वणजारा है, ट्रेडर है। रास की है, पूंजी है, मूल धन है। कोई भी कारज मैनू करना है तो मैनू पैसा चाहिए है, मूल धन चाहिए है, या कोई वस्तु चाहिए है जिहदे नाल मैं ट्रेड करांगा। जे मेरे कोल पैसा नहीं तो मैं बैंक कोल जाके लोन लैंदा, क्योंकि मूल दे बिना
कोई कारोबार शुरू नहीं हो सकता है, कोई वणज नहीं शुरू होएगा, तो मैं जाके लभदा हाँ किसी नूं जो मैनू लोन दे दिंदा है। यानी कि रास दे बिना, मूल धन दे बिना व्यापार नहीं शुरू होएगा, निरंकार दे बिना जीवन नहीं है। निरंकार ही जीवन है महाराज, और है उसकी खेड है। ਉਹਦੀ ਖੇਡ ਵਿੱਚ ਉਹ ਸਾਨੂੰ ਇੱਕ ਮੌਕਾ ਬਖਸ਼ਦਾ ਹੈ ਵਣਜ ਕਰਨ ਦਾ। ਸੱਤ ਦਾ ਵਪਾਰੀ ਬਣਾਂਗਾ ਤਾਂ ਸੱਤ ਨੂੰ ਜਾਣ ਲਵਾਂਗਾ, ਝੂਠ ਵਿੱਚ ਫਿਰਾਂਗਾ ਤੇ ਝੂਠ ਵਿੱਚ ਹੀ ਰਵਾਂਗਾ। ਗੁਰੂ ਸਾਹਿਬ ਕਹਿੰਦੇ ਹਨ ਇੱਕ ਜਗ੍ਹਾ, ਮੈਂ ਹੋ ਪਰਮ ਪੁਰਖ ਕਾ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। एक तमाशा है चलता, जिवें गुरु निर्लेप हैं सब कुछ तो केवल परोपकार ले आए हैं। ਇਹਦੇ ਵਿੱਚ ਰਹਿੰਦੇ ਹੋਏ ਇਹਦਾ ਕੋਈ ਅਕਸ ਉਹਨਾਂ ਤੇ ਨਹੀਂ ਪੈ ਰਿਹਾ ਹੈ। ਜੀਵਨ ਉਹਨਾਂ ਨੇ ਵੀ ਜੀਆ ਹੈ। ਮਹਾਰਾਜ ਜਦੋਂ ਸਾਨੂੰ ਇਸ ਪੌੜੀ ਵਿੱਚ ਸਮਝਾ ਰਹੇ ਹਨ ਜੀਵਨ ਨੂੰ ਇੱਕ ਵਣਜ ਦੇ ਜ਼ਰੀਏ, ਇੱਕ ਟ੍ਰੇਡਿੰਗ ਦੇ ਜ਼ਰੀਏ, ਤਾਂ ਗੁਰੂ ਅਮਰਦਾਸ ਸਾਹਿਬ ਕਹਿੰਦੇ ਹਨ, ਹਰ ਰਾਸ ਮੇਰੀ, ਹਰੀ ਮੇਰੀ ਪੂੰਜੀ ਹੈ, ਹਰੀ ਜੀਵਨ ਦੀ ਪੂੰਜੀ ਹੈ। ਨਿਰੰਕਾਰ ਜੀਵਨ ਦੇ ਮੂਲ ਵਿੱਚ, ਤੱਤ ਵਿੱਚ, ਰੂਟ ਵਿੱਚ ਵਸਿਆ ਹੈ। ਉਹਦੇ ਬਿਨਾਂ ਜੀਵਨ ਨਹੀਂ ਹੈ ਮਹਾਰਾਜ। ਮਨ ਵਣਜਾਰਾ, ਔਰ ਮਨ ਉਹਦਾ ਟ੍ਰੇਡਰ ਹੈ। यानी मन और निरंकार का रिश्ता जीवन नू शुरू करता है, वणज नू क्रिएट करता है। इस तरह मेरे मन दे विच जदों होमे रूप आती है तो निरंकार की शक्ति, मूल शक्ति नाल जीवन शुरू होता है। जीवन की है उस होमे के जरिए जिया जाता है महाराज। हर रास मेरी मन वणजारा। और यह किवें जाणांगे महाराज इस वणजारे नूं? मूल धन वास्ते कई बार सानू कोई इंटरमीडिएटरी की लोड़ पैंदी है, जिहदे जरिए असी पैसा अगर लेना है लोन तो किसी नूं विच पांदे हाँ, कोई सीए है, कोई है। इस तरह निरंकार की प्राप्ति विच गुरु सानू रस्ता बख्शदा है हरि दा। गुरु उस दे विच हाजिर है, गुरु दे ध्यान विच है, गुरु दे दर्शन विच है निरंकार। और गुरु सानू वो ज्ञान बख्शदा है कि कौन हरि है। तो महाराज कहते हर रास मेरी मन वणजारा, सतगुर ते रास जानी। गुरु तो सानू ज्ञान होंदा है कि मेरा जीवन का मूल धन की है, जिहदे जरिए जीवन शुरू होता है, वणज शुरू होता है उस मूल धन तो। और निरंकार और मेरे रिश्ते दे विच ही यह सारी खेड चलती है जीवन की। मन, होमे और फिर निरंकार। जब तक मैं जीवन नू गुणां दे विचों जानदा हाँ, देखदे हुए जीवन दे विच जानदा हाँ, सेंसिस दे थ्रू जानदा हाँ, तद तक मेरी होमे मेरे ते प्रबल है और निरंकार दिखता नहीं है। पर जद मैं इन्हां तो परे गुरु नाल सांझ पा लैंदा हाँ, मन नू संभाल लैंदा हाँ, मन नू जोड़ दिंदा हाँ गुरु नाल, तां गुरु मैनू उस वस्तु दे दर्शन करांदा है जिहड़ी दिखदी नहीं है, जिहदा कोई रूप नहीं है, रंग नहीं है। महाराज कहते हैं अगम अगोचर, सोच दे बियॉन्ड, इमेजिनेशन दे बियॉन्ड अगम अगोचर है।
ਉਹ ਕਿਹਾ ਨਹੀਂ ਜਾ ਸਕਦਾ, ਨਾ ਉਹ ਦੇਖਣ ਵਿੱਚ ਆਏਗਾ, ਨਾ ਉਹ ਕਿਸੇ ਸੋਚ ਵਿੱਚ ਆ ਸਕਦਾ ਹੈ। ਗੁਰੂ ਸਾਨੂੰ ਉਹਦੇ ਨਾਲ ਜੋੜ ਸਕਦਾ ਹੈ, ਗੁਰੂ ਸਾਨੂੰ ਉਹਦਾ ਗਿਆਨ ਬਖਸ਼ਦਾ ਹੈ। ਔਰ ਆਨੰਦ ਦੀ ਬਾਣੀ ਵਿੱਚ ਗੁਰੂ ਅਮਰਦਾਸ ਮਹਾਰਾਜ ਸਾਨੂੰ ਉਸ ਦਾ ਇੱਕ ਰੂਪ ਦੇ ਦਰਸ਼ਨ ਕਰਾਉਂਦੇ ਹਨ, ਜਦੋਂ ਉਹ ਆਨੰਦ ਦੇ ਰੂਪ ਵਿੱਚ ਸਾਡੇ ਮਨ ਵਿੱਚ ਪ੍ਰਤੱਖ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਕਿ ਉਹ ਆਨੰਦ ਗੁਰੂ ਦੇ ਮਿਲਣ ਨਾਲ ਮਿਲੇਗਾ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆਨੰਦ ਅਨਕੰਡੀਸ਼ਨਲ ਹੈਪੀਨੈਸ ਹੈ, ਇੱਕ ਇਹੋ ਜਿਹੀ ਖੁਸ਼ੀ ਦੀ ਲਹਿਰ ਜਿਹਦਾ ਕੋਈ ਕਾਰਨ ਨਹੀਂ ਹੈ, ਬਸ ਉਹ ਹੈ। ਔਰ ਉਹ ਕਿੱਥੇ ਹੈ? ਇਸ ਨਿਰੰਕਾਰ ਦੇ ਵਿੱਚ ਵਿਆਪਕ ਹੈ। ਗੁਰੂ ਦੇ ਨਾਲ ਜੋੜਦਾ ਹੈ। ਕਿੱਥੇ ਜੋੜਦਾ ਹੈ? ਮਨ ਦੇ ਵਿੱਚ ਜੋੜਦਾ ਹੈ ਮਹਾਰਾਜ। ਤਾਂ ਵਣਜਾਰਾ ਸਾਡਾ ਨਿਰੰਕਾਰ ਦੇ ਰੂਪ ਵਿੱਚ ਹੋ ਜਾਂਦਾ ਹੈ। ਮੂਲ ਧਨ ਦੇ ਗਿਆਨ ਵਿੱਚ ਵਣਜਾਰਾ ਅਸਲ ਵੈਲਥ ਜੀਵਨ ਦੀ ਜਾਣ ਲੈਂਦਾ ਹੈ ਕੀ ਹੈ। ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਜੀਵਨ ਦੇ ਵਿੱਚ ਮੈਂ ਕਿਸ ਚੀਜ਼ ਨੂੰ ਜੀਵਨ ਦੀ ਪੂੰਜੀ ਸਮਝਾਂਗਾ। ਮੈਂ ਕਾਰੋਬਾਰ ਕਰਦਾ ਹਾਂ, ਉੱਥੇ ਵੀ ਪੈਸੇ ਦੀ ਲੋੜ ਹੈ। ਉੱਥੇ ਕੀ ਕਮਾਇਆ ਜਾਂਦਾ ਹੈ ਮਹਾਰਾਜ? ਹੀਰੇ ਜਵਾਹਰਾਤ ਜੀਵਨ ਉੱਥੇ ਕਮਾਇਆ ਜਾ ਰਿਹਾ ਹੈ, ਵਣਜ ਦੇ ਜ਼ਰੀਏ ਜਾਂ ਕਿਸੇ ਹੋਰ ਜ਼ਰੀਏ। ਤਾਂ ਸੱਚ ਕੀ ਹੈ ਜੀਵਨ ਦਾ? ਇਹ ਇੱਕ ਪ੍ਰਸ਼ਨ ਉੱਠਦਾ ਹੈ, ਮੈਂ ਫੋਕਸ ਕਿੱਥੇ ਰੱਖਾਂਗਾ? ਜੀਵਨ ਨੂੰ ਜੀਂਦੇ ਹੋਏ, ਹਉਮੈ ਦੇ ਜੀਵਨ ਨੂੰ ਜੀਂਦੇ ਹੋਏ, ਜੋ ਜੀਵਨ ਦੀ ਵੈਲਥ ਹੈ, ਜੋ ਸਾਡੀ ਰੋਜ਼ਮਰਰਾ ਦਾ ਜੀਵਨ ਹੈ, ਵਿਵਹਾਰਕ ਜੀਵਨ ਹੈ, ਉਹਦਾ ਧਿਆਨ ਆਪਣੀ ਪਲੇਨ ਵਿੱਚ ਜ਼ਰੂਰੀ ਹੈ, ਪਰ ਉਹ ਪ੍ਰੀਡੋਮੀਨੈਂਟ ਨਹੀਂ ਹੈ। ਉਸ ਦਾ ਧਿਆਨ ਕਰਕੇ ਮੈਂ ਵੈਲਥ ਕਮਾਉਂਦਾ ਹਾਂ, ਆਪਣੇ ਘਰ ਨੂੰ ਚਲਾਉਂਦਾ ਹਾਂ, ਆਪਣੇ ਜੀਵਨ ਨੂੰ ਚਲਾਉਂਦਾ ਹਾਂ। ਉਹ ਆਪਣੀ ਜਗ੍ਹਾ ਵਿੱਚ ਆਪਣਾ ਰੋਲ ਪਲੇ ਕਰਦਾ ਹੈ, ਪਰ ਜਦ ਮੇਰੀ ਸਾਰੀ ਊਰਜਾ ਹੀ ਉਹਦੇ ਵਿੱਚ ਲੱਗ ਗਈ ਤਾਂ ਜਿਹੜੀ ਉਹ ਵੈਲਥ ਹੈ, ਜਿਹੜੀ ਜੀਵਨ ਦੇ ਪਾਰ ਖੜੀ ਹੈ, ਉਹਦਾ ਗਿਆਨ ਨਹੀਂ ਮੈਨੂੰ ਹੁੰਦਾ ਹੈ। ਗੁਰੂ ਨਾਲ ਅਗਰ ਮੈਂ ਨਹੀਂ ਮਿਲਦਾ ਹਾਂ ਤਾਂ ਮੈਨੂੰ ਉਸ ਪੂੰਜੀ ਦਾ ਗਿਆਨ ਨਹੀਂ ਹੁੰਦਾ ਜਿਹੜੀ ਸਦਾ ਵਿਕਾਸ ਵਾਲੀ ਪੂੰਜੀ ਹੈ। ਤਾਂ ਇਹ ਦੋਨੋਂ ਆਪਣੇ ਆਪ ਵਿੱਚ ਇੱਕ ਰੋਲ ਪਲੇ ਕਰਦੇ ਹਨ। ਹਉਮੈ ਦੇ ਪਰੇ ਦਾ ਜੀਵਨ ਸਹਿਜ ਔਰ ਇੱਕ ਘਰ ਦੀ ਗੱਲ ਗੁਰੂ ਕਰਦਾ ਹੈ ਕਿ ਘਰ ਹੈ ਇੱਕ। ਜਦੋਂ ਸਹਿਜ ਵਿੱਚ ਜਾਂਦਾ ਹੈ ਮਨ ਤਾਂ ਆਪਣੇ ਘਰ ਵਿੱਚ ਚਲਾ ਜਾਂਦਾ ਹੈ। ਘਰ ਕਿੱਥੇ ਹੈ ਮਹਾਰਾਜ? ਮੇਰੇ ਮਨ ਦੇ ਵਿੱਚ ਇੱਕ ਅਵਸਥਾ ਹੈ ਮਨ ਦੀ, ਜਿੱਥੋਂ ਮੈਂ ਆਇਆ ਹਾਂ, ਜਿੱਥੇ ਜਾ ਕੇ ਮੇਰੀ ਐਨਰਜੀ ਨਹੀਂ ਲੱਗਦੀ ਬਿਲਕੁਲ। ਜਿਵੇਂ ਅਸੀਂ ਆਪਣੇ ਘਰ ਜਾਂਦੇ ਹਾਂ ਕਦੇ ਤਾਂ ਸਾਡੀ ਐਨਰਜੀ ਘੱਟ ਲੱਗਦੀ ਹੈ, ਸਾਨੂੰ ਰਸਤਾ ਪਤਾ ਹੈ, ਕਿੱਥੇ ਸੀੜੀਆਂ ਹਨ, ਕਿੱਥੇ ਕਮਰੇ ਹਨ। ਕਈ ਵਾਰ ਅਸੀਂ ਹਨੇਰੇ ਵਿੱਚ ਵੀ ਆਰਾਮ ਨਾਲ ਟੁਰ ਲੈਂਦੇ ਹਾਂ, ਕਿਉਂਕਿ ਸਾਡਾ ਮਨ ਆਲਰੇਡੀ ਮੈਪ ਕਰ ਚੁੱਕਿਆ ਹੈ ਘਰ ਨੂੰ, ਕੰਫਰਟੇਬਲ ਹੈ, ਅਵੇਅਰ ਹੈ ਉਹਦੇ ਬਾਰੇ। ਇਸੇ ਤਰ੍ਹਾਂ ਮਨ ਵਿੱਚ ਇੱਕ ਘਰ ਹੈ, ਜਿੱਥੋਂ ਇਹ ਆਇਆ ਹੈ ਮਨ, ਉਸੇ ਦੇ ਵਿੱਚ ਵਾਪਸ ਚਲਾ ਜਾਂਦਾ ਹੈ। ਔਰ ਉਸ ਘਰ ਵਿੱਚ ਸਟੇਬਿਲਿਟੀ ਹੈ, ਪਰਮਾਨੈਂਸ ਹੈ, ਸਿਕਿਉਰਿਟੀ ਹੈ, ਪ੍ਰੇਮ ਹੈ, ਆਨੰਦ ਹੈ। ਇਹ ਉਹਦੀ ਕੁਆਲਿਟੀਜ਼ ਹਨ। ਗੁਰੂ ਕਹਿੰਦਾ ਹੈ ਇਸ ਘਰ ਨੂੰ ਕਮਾਉਣ ਵਾਸਤੇ ਹੀ ਜੀਵਨ ਮਿਲਿਆ ਹੈ। ਇਸ ਰਸਤੇ ਨੂੰ ਜਾਣ ਕੇ ਗੁਰੂ ਦੇ ਜ਼ਰੀਏ ਉਸ ਸੱਤ ਦੀ ਖੇਡ ਨੂੰ ਖੋਲ੍ਹਿਆ ਜਾ ਸਕਦਾ ਹੈ। ਇਸ ਜੀਵਨ ਵਿੱਚ ਸਦਾ ਅਸਥਿਰ ਰਹੇਗਾ ਇਨਸਾਨ, ਵਾਂਡਰਿੰਗ ਰਹੇਗਾ।
ਸਥਿਰਤਾ ਵਿੱਚ ਨਹੀਂ ਜਾ ਸਕਦਾ ਹੈ। ਉਸ ਜੀਵਨ ਵਿੱਚ ਸਦਾ ਹੀ ਥਿਰ ਹੈ, ਕੋਈ ਵੀ ਚੇਂਜ ਨਹੀਂ ਹੁੰਦਾ ਉੱਥੇ, ਸਦਾ ਇੱਕ ਹੀ ਰਸ ਵਿੱਚ ਜੀਵਨ ਚੱਲ ਰਿਹਾ ਹੈ ਔਰ ਉਹ ਜੀਵਨ ਵਿਕਾਸ ਵਿੱਚ ਹੈ, ਸੈਲੀਬ੍ਰੇਸ਼ਨ ਵਿੱਚ ਹੈ। ਉੱਥੇ ਮੇਰੀ ਈਗੋ ਨਹੀਂ ਜਾ ਸਕਦੀ ਹੈ, ਉੱਥੇ ਗੱਲ ਸਾਰੀ ਨਾਮ ਦੀ ਚੱਲਦੀ ਹੈ। ਉੱਥੇ ਮਿਲਣ ਹੈ ਜੋ ਕਦੇ ਵਿਛੋੜੇ ਵਿੱਚ ਬਦਲੇਗਾ ਨਹੀਂ। ਉੱਥੇ ਇੱਕ ਆਨੰਦ ਹੈ ਜਿਹਦਾ ਕੋਈ ਕਾਰਨ ਨਹੀਂ ਹੈ, ਉੱਥੇ ਪ੍ਰੇਮ ਦਾ ਰਸ ਹੈ। ਤਾਂ ਇਹ ਸਾਰੀ ਚੀਜ਼ਾਂ ਕੰਪਲੀਟ ਹਨ ਆਪਣੇ ਆਪ ਵਿੱਚ, ਅਧੂਰਾਪਨ ਨਹੀਂ ਮਹਿਸੂਸ ਹੁੰਦਾ ਹੈ। ਇਸ ਜੀਵਨ ਵਿੱਚ ਵੀ, ਜਦੋਂ ਹਉਮੈ ਦੇ ਜੀਵਨ ਵਿੱਚ ਵੀ ਅਸੀਂ ਪ੍ਰੇਮ ਮਹਿਸੂਸ ਕਰਦੇ ਹਾਂ ਤਾਂ ਇੱਕ ਪੂਰਨਤਾ ਹੀ ਜੀਵਨ ਵਿੱਚ ਮਹਿਸੂਸ ਹੁੰਦੀ ਹੈ, ਅਧੂਰਾਪਨ ਮਹਿਸੂਸ ਨਹੀਂ ਹੁੰਦਾ ਹੈ। ਪਰ ਉਸ ਪ੍ਰੇਮ ਦਾ ਰਿਫਲੈਕਸ਼ਨ ਕੰਡੀਸ਼ਨਲ ਹੈ, ਅਸੀਂ ਇਮੈਜੀਨੇਸ਼ਨ ਵਿੱਚ ਰੱਖਿਆ ਹੈ। ਉਹ ਪ੍ਰੇਮ ਜਦ ਤੱਕ ਅਧਿਆਤਮ ਦੀ ਬੁਨਿਆਦ ਵਿੱਚ ਨਹੀਂ ਖੜਾ ਹੋ ਸਕਦਾ, ਉਹ ਪ੍ਰੇਮ ਅਧੂਰਾ ਹੈ, ਉਹ ਪ੍ਰੇਮ ਹੀ ਭੁਲੇਖਾ ਹੈ। ਇੱਕ ਟੈਂਪਰਰੀ ਰਿਫਲੈਕਸ਼ਨ ਹੈ, ਪ੍ਰਤੀਬਿੰਬ ਹੈ ਪਾਣੀ ਦੇ ਉੱਤੇ, ਮਨ ਦੇ ਉੱਤੇ ਇੱਕ ਰਿਫਲੈਕਸ਼ਨ ਦਿਖਦਾ ਹੈ, ਸਾਨੂੰ ਲੱਗਦਾ ਹੈ ਹੁਣ ਮਿਲ ਗਿਆ। ਪਰ ਇਹ ਚੀਜ਼ਾਂ ਸਾਰੀਆਂ ਫਾਰਮ ਔਰ ਸ਼ੇਪ ਦੇ ਵਿੱਚ ਹਨ ਜਾਂ ਸਾਡੀ ਇਮੈਜੀਨੇਸ਼ਨ ਦੇ ਵਿੱਚ ਹਨ। ਅਸੀਂ ਕਿਸੇ ਨੂੰ ਕਿਸੇ ਤਰ੍ਹਾਂ ਇਮੈਜਿਨ ਕਰਦੇ ਹਾਂ ਔਰ ਉਹ ਸਾਡੀ ਕੰਡੀਸ਼ਨਿੰਗ ਹੈ। ਉਸ ਨਾਲ ਸਾਨੂੰ ਲੱਗਦਾ ਹੈ ਕਿ ਇਹ ਮਨ ਮੇਰਾ ਹੁਣ ਜਿਸ ਤੇ ਜੁੜਿਆ ਹੈ ਇੱਥੇ ਸਦਾ ਰਹੇਗਾ, ਪਰ ਸਦਾ ਤੇ ਕੁਝ ਵੀ ਨਹੀਂ ਰਹਿੰਦਾ ਹੈ। ਸਦਾ ਸਿਰਫ ਨਿਰੰਕਾਰ ਹੈ, ਸਦਾ ਸਿਰਫ ਆਨੰਦ ਹੈ ਜਿਹਦਾ ਕੋਈ ਸੋਰਸ ਨਹੀਂ ਹੈ, ਕਾਰਨ ਨਹੀਂ ਹੈ। ਉਹ ਪ੍ਰੇਮ ਜਿਹਦਾ ਕੋਈ ਕਾਰਨ ਨਹੀਂ ਹੈ ਮਹਾਰਾਜ। ਉਹ ਕਿੱਥੇ ਹੈ? ਮੇਰੇ ਮਨ ਵਿੱਚ ਹੈ ਹਜ਼ੂਰ। ਇਹ ਜਿਹੜਾ ਵਣਜਾਰਾ ਜਦੋਂ ਆਪਣੀ ਮੂਲ ਧਨ ਨੂੰ ਜਾਣ ਲਏਗਾ ਤਾਂ ਫਿਰ ਕੁਝ ਕਮਾਈ ਹੋਏਗੀ, ਮਹਾਰਾਜ ਕਹਿੰਦੇ ਹਨ। ਹਰ ਹਰ ਨਿਤ ਜਪੋ ਜੀਵੋ, ਲਾਹਾ ਖਟਿਓ ਦਿਹਾੜੀ। ਹਰ ਹਰ ਨਿਤ ਜਪੋ ਜੀਵੋ, ਲਾਹਾ ਖਟਿਓ ਦਿਹਾੜੀ। ਦਿਹਾੜੀ ਬਣਦੀ ਹੈ, ਕਿਸੇ ਵਪਾਰੀ ਨੇ ਦਿਹਾੜੀ ਬਣਾਈ ਹੈ ਕਿ ਅੱਜ ਮੈਂ ਦਿਹਾੜੀ ਪੂਰੀ ਲਗਾਈ, ਕੁਝ ਕਮਾਈ ਕੀਤੀ। ਮਹਾਰਾਜ ਕਹਿੰਦੇ ਨੇ ਕਿ ਹਰੀ ਨੂੰ ਜਪਣਾ, ਉਹਦੇ ਗਿਆਨ ਵਿੱਚ ਰਹਿਣਾ ਜੀਵਨ ਦਿੰਦਾ ਹੈ, ਸਾਨੂੰ ਜੀਵਨ ਦਾ ਗਿਆਨ ਦਿੰਦਾ ਹੈ ਔਰ ਲਾਹਾ ਖੱਟਦੇ ਹਾਂ, ਪ੍ਰੋਫਿਟ ਆਉਂਦਾ ਹੈ। ਫਿਰ ਜਿਵੇਂ ਇੱਕ ਬਿਜ਼ਨਸਮੈਨ ਆਪਣੇ ਮੂਲ ਨੂੰ ਇਨਵੈਸਟ ਕਰਕੇ ਕੁਝ ਪੈਸਾ ਕਮਾਉਂਦਾ ਹੈ, ਪ੍ਰੋਫਿਟ ਲੈਂਦਾ ਹੈ ਦਿਹਾੜੀ ਦੇ ਵਿੱਚ, ਇਸੇ ਤਰ੍ਹਾਂ ਮਨ ਵਣਜਾਰਾ ਅਸਲ ਪ੍ਰੋਫਿਟ ਕਮਾਉਂਦਾ ਹੈ। ਉਹ ਪ੍ਰੋਫਿਟ ਜਿਹੜਾ ਇਸ ਜੀਵਨ ਦਾ ਹੈ ਉਹ ਮੇਰੇ ਤੋਂ ਲਿਆ ਜਾ ਸਕਦਾ ਹੈ। ਇਹ ਪ੍ਰੋਫਿਟ ਜਿਹੜੇ ਇਸ ਜੀਵਨ ਦਾ ਹੈ ਇਹ ਮੇਰੇ ਤੋਂ ਕੋਈ ਲੈ ਨਹੀਂ ਸਕਦਾ। ਇੱਥੇ ਸਦਾ ਵਿਕਾਸ ਹੈ। ਫਿਰ ਗੁਰੂ ਕਹਿੰਦਾ ਹੈ, ਫਿਰ ਜਦੋਂ ਅਗਰ ਇਸ ਨੂੰ ਜਪਦੇ ਹਾਂ, ਅਸੀਂ ਹਰੀ ਨੂੰ ਜਪਦੇ ਹਾਂ ਨਿਤ, ਤਾਂ ਜੀਵਨ ਮਿਲਦਾ ਹੈ, ਇੱਕ ਅਧਿਆਤਮਿਕ ਜੀਵਨ ਮਿਲਦਾ ਹੈ। ਲਾਹਾ ਖਟੋ ਦਿਹਾੜੀ, ਪ੍ਰੋਫਿਟ ਮਿਲਦਾ ਹੈ ਫਿਰ ਜੀਵਨ ਵਿੱਚ। ਮਹਾਰਾਜ ਕਹਿੰਦੇ ਨੇ ਇਹ ਧਨ ਤੇ ਨਾ ਮਿਲਿਆ ਜਿਨ੍ਹਾਂ ਹਰ ਆਪੇ ਪਾਣਾ। ਜੀਵਨ ਵਿੱਚ ਜੋ ਕੁਝ ਵੀ ਮੈਂ ਕਮਾਣਾ ਹੈ ਉਹ ਮੈਨੂੰ ਆਪ ਕਰਕੇ ਕਮਾਣਾ ਪਏਗਾ, ਉਹਦੇ ਵਾਸਤੇ ਕੁਝ ਕਰਨਾ ਪਏਗਾ, ਐਫਰਟ ਕਰਨਾ ਪਏਗਾ, ਸਟਰਗਲ ਕਰਨੀ ਪਏਗੀ। ਪਰ ਨਿਰੰਕਾਰ ਦੇ ਘਰ ਵਿੱਚ ਕੁਝ ਵੀ ਨਹੀਂ ਕਰਨਾ ਹੈ, ਉੱਥੇ ਹੋਣਾ ਹੈ, ਉਹਦੀ ਹਜ਼ੂਰੀ ਵਿੱਚ ਰਹਿਣਾ ਹੈ। ਉਹੀ ਉੱਥੇ ਕੋਈ ਐਫਰਟ ਨਹੀਂ ਹੈ, ਜੋ ਮਿਲਦਾ ਹੈ ਸਭ ਗੈਰੰਟੀਡ ਮਿਲਦਾ ਹੈ, ਕਰਨ ਦੀ ਲੋੜ ਨਹੀਂ ਹੈ ਕੁਝ ਵੀ। ਉਹਦੇ ਗੁਰਪ੍ਰਸਾਦ ਨਾਲ ਮਿਲਦਾ ਹੈ, ਉਹਦੀ ਬਖਸ਼ਿਸ਼ ਨਾਲ ਮਿਲਦਾ ਹੈ।
ਪਰ ਮੈਂ ਜੀਵਨ ਨੂੰ ਸੈਂਸਿਸ ਦੇ ਥਰੂ ਜਾਣਦਾ ਹਾਂ। ਅੱਖਾਂ ਦੇਖੀ ਸੁਣਦਾ ਜੀਵਨ ਨੂੰ ਜਾਣਦਾ ਹਾਂ। ਮੈਂ ਉਸ ਜੀਵਨ ਨੂੰ ਜਾਣਦਾ ਹੀ ਨਹੀਂ ਜਿਹੜਾ ਦਿਖਦਾ ਨਹੀਂ ਹੈ। ਕਿਵੇਂ ਦੇਖ ਸਕਦਾ ਹਾਂ, ਕਿਵੇਂ ਜਾਣ ਸਕਦਾ ਹਾਂ ਉਸ ਨੂੰ? ਤਾਂ ਮੈਂ ਟਰਸਟ ਉਹ ਕਰਦਾ ਹਾਂ ਜੋ ਮੈਂ ਦੇਖਦਾ ਹਾਂ। ਤਾਂ ਕਿਉਂਕਿ ਮੈਂ ਬਚਪਨ ਵਿੱਚ ਅਗਰ ਪੈਰ ਰੱਖਾਂਗਾ ਤਾਂ ਦੇਖ ਕੇ ਰੱਖਾਂਗਾ ਅੱਗੇ। ਜੀਵਨ ਹੀ ਕ੍ਰੀਏਟ ਹੀ ਉੱਥੋਂ ਹੋ ਰਿਹਾ ਹੈ ਜਦ ਮੈਂ ਆਪਣੀ ਸੈਂਸਿਸ ਨੂੰ ਯੂਜ਼ ਕਰਕੇ ਜੀਵਨ ਨੂੰ ਕ੍ਰੀਏਟ ਕਰਦਾ ਹਾਂ। ਤਾਂ ਮਹਾਰਾਜ ਕਹਿੰਦੇ ਨੇ 5 ਤੱਤ ਤੋਂ ਇਹ ਜੀਵਨ ਬਣਦਾ ਹੈ, ਮਨ ਬਣਦਾ ਹੈ। ਤਾਂ ਇਸ ਮਨ ਦੇ ਵਿੱਚ ਐਨਰਜੀ ਹੈ। ਉਹ ਐਨਰਜੀ ਮੈਂ ਆਪਣੇ ਸੈਂਸਿਸ ਦੇ ਥਰੂ ਵਰਤ ਕੇ ਉਸ ਤੋਂ ਜੀਵਨ ਸਮਝਦਾ ਹਾਂ। ਮੈਂ ਬੋਲਦਾ ਹਾਂ, ਸੁਣਦਾ ਹਾਂ, ਪੈਰ ਰੱਖਦਾ ਹਾਂ, ਐਸੇ ਤੋਂ ਜੀਵਨ ਐਕਸਪੀਰੀਅੰਸ ਕਰਦਾ ਹਾਂ। ਤਾਂ ਫਿਰ ਇੱਕ ਨੈਚੁਰਲ ਟੈਂਡੈਂਸੀ ਹੋ ਜਾਂਦੀ ਹੈ ਕਿ ਮੈਂ ਆਪਣੀ ਸੈਂਸਿਸ ਨੂੰ ਟਰਸਟ ਕਰਦਾ ਹਾਂ, ਕਿਉਂਕਿ ਮੈਨੂੰ ਅੱਖ ਦੱਸ ਰਹੀ ਹੈ ਕਿ ਅੱਗੇ ਗੱਡਾ ਹੈ। ਮੈਂ ਉਸ ਤੋਂ ਬਚਿਆ ਹਾਂ, ਉੱਥੋਂ ਜੀਵਨ ਬਣਿਆ ਹੈ। ਤਾਂ ਮੇਰੇ ਮਨ ਵਿੱਚ ਰੀਇਨਫੋਰਸ ਹੋ ਗਿਆ ਕਿ ਮੈਂ ਗਲਤ ਜਗ੍ਹਾ ਪੈਰ ਨਹੀਂ ਰੱਖਿਆ, ਮੇਰੀ ਅੱਖਾਂ ਨੇ ਦੱਸ ਦਿੱਤਾ ਮੈਨੂੰ। ਤਾਂ ਫਿਰ ਅੱਖਾਂ ਦੇਖੀ ਜੀਵਨ ਨੂੰ ਹੀ ਮੈਂ ਜੀਵਨ ਜਾਣਦਾ ਹਾਂ। ਸੁਣਦਾ ਹਾਂ ਕਿਧਰੇ ਕੋਈ ਭਿਆਨਕ ਆਵਾਜ਼ ਆ ਰਹੀ ਹੈ, ਮੈਂ ਉਧਰੋਂ ਡਰ ਕੇ ਹਟ ਜਾਂਦਾ ਹਾਂ, ਬਚਾਅ ਹੋ ਜਾਂਦਾ ਹੈ। ਕੁਝ ਮੈਂ ਬੋਲਦਾ ਹਾਂ ਤਾਂ ਮੈਂ ਦੂਸਰਿਆਂ ਨਾਲ ਇੰਟਰੈਕਟ ਕਰਦਾ ਹਾਂ, ਉੱਥੋਂ ਜੀਵਨ ਸ਼ੁਰੂ ਹੁੰਦਾ ਹੈ। ਤਾਂ ਮੇਰੇ ਸੈਂਸਿਸ ਦੇ ਆਧਾਰ ਤੇ ਹੀ ਜੀਵਨ ਹੈ। ਹੋਰ ਮੈਂ ਕਿਸੇ ਜੀਵਨ ਨੂੰ ਜਾਣਦਾ ਹੀ ਨਹੀਂ ਹਾਂ। ਇਸ ਕਰਕੇ ਮੈਂ ਐਸੇ ਜੀਵਨ ਨੂੰ ਜੀਵਨ ਜਾਣਦਾ ਹਾਂ। ਔਰ ਗੁਰੂ ਕਹਿੰਦਾ ਹੈ ਇਸ ਤੋਂ ਪਰੇ ਇੱਕ ਜੀਵਨ ਹੈ। ਉਹਦੇ ਲਈ ਇਸ ਮਨ ਵਿੱਚ ਉਤਰਨਾ ਪਏਗਾ, ਕਿਉਂਕਿ ਇਹ ਜਿਤਨੀ ਵੀ ਸੈਂਸਿਸ ਹਨ ਇਹ ਮਨ ਨਾਲ ਹੀ ਜੁੜੀਆਂ ਹਨ। ਇਹ 5 ਤੱਤਾਂ ਨਾਲ ਜੁੜੀਆਂ ਹਨ ਔਰ 5 ਤੱਤ ਤੋਂ ਹੀ ਜੀਵਨ ਬਣਿਆ ਹੈ। ਇਹ ਵਾਲਾ ਮਨ ਜਿਹੜਾ ਚੇਂਜਿੰਗ ਮਾਈਂਡ ਹੈ, ਇਹਦਾ ਪੂਰਾ ਰਿਲੇਸ਼ਨਸ਼ਿਪ 5 ਤੱਤਾਂ ਨਾਲ ਹੈ। ਪਰ ਗੁਰੂ ਕਹਿੰਦਾ ਇੱਕ ਹੋਰ ਮਨ ਹੈ, ਉਹਦੇ ਬਾਰੇ ਕੀ ਕਰਾਂਗੇ? ਜਦੋਂ ਇਹ ਮਨ ਲੈ ਜਿਓ ਤਾਂ ਉਨਮਨ ਰਹੇ। ਮਹਾਰਾਜ ਕਹਿੰਦੇ ਨੇ ਫਿਰ ਉਹ ਮਨ, ਉਹਦੀ ਗੱਲ ਕੀ ਕਰੀਏ? ਇਹ ਜਿਹੜਾ ਸਾਕਾਰ ਔਰ ਨਿਰਾਕਾਰ ਜੀਵਨ ਹੈ ਇਹ ਕਿੱਥੋਂ ਬਣਦਾ ਹੈ ਮਹਾਰਾਜ? ਇਹ ਅਵਗਤੋਂ ਨਿਰਮਾਇਲ ਉਪਜੇ, ਇਹ ਅਨਸੀਨ ਤੋਂ ਬਣਦਾ ਹੈ। ਸੁਣ ਕਾ ਵਾਸਾ, ਇਹ ਸੋਰਸ ਹੈ ਜੀਵਨ ਦਾ ਮਹਾਰਾਜ। ਉਸ ਜੀਵਨ ਨੂੰ ਮੈਂ ਨਹੀਂ ਜਾਣਦਾ ਹਾਂ, ਬਿਲਕੁਲ ਸਮਝ ਦੀ ਗੱਲ ਹੈ। ਪਰ ਇਸ ਸੈਂਸਿਸ ਦੇ ਵਿੱਚ ਹੀ ਰਹਿ ਕੇ, ਸੈਂਸਿਸ ਦੇ ਵਿੱਚ ਹੀ ਰਹਿ ਜਾਣਾ ਔਰ ਇਹਨਾਂ ਦੇ ਵਿੱਚ ਹੀ ਜੀਵਨ ਨੂੰ ਖਤਮ ਕਰ ਦੇਣਾ, ਤਾਂ ਉਹ ਤਿਲਾਂ ਦਾ ਉਹ ਬੂਟੇ ਨੇ ਜਿਨ੍ਹਾਂ ਵਿੱਚ ਕੋਈ ਫਲ ਨਹੀਂ ਲੱਗੇਗਾ, ਜਿਨ੍ਹਾਂ ਨੂੰ ਇਹਦਾ ਮਾਲਕ ਛੱਡ ਦੇਗਾ ਖੇਤ ਵਿੱਚ। ਛੂਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ, ਖੇਤ ਦੇ ਵਿੱਚ ਸੁੰਨਾ ਛੱਡ ਦੇਗਾ। ਕਿਉਂਕਿ ਸਿਰਫ ਸੈਂਸਿਸ ਤੇ ਟਰਸਟ ਕੀਤਾ ਹੈ, ਆਪਣੇ ਆਪ ਤੇ ਆਪ ਨੂੰ ਡਿਫਾਈਨ ਕਰ ਦਿੱਤਾ। ਮੈਂ ਸੈਂਸਿਸ ਨਾਲ ਰਿਲੇਸ਼ਨ ਰੱਖਦਾ ਹਾਂ, ਇਹਦੇ ਬਿਯੋਂਡ ਨਹੀਂ ਹਾਂ। ਇੰਦਰੀਆਂ ਦੇ ਵਿੱਚ ਹੀ ਮੇਰਾ ਜੀਵਨ ਹੈ, ਉਹਦੇ ਅੱਗੇ ਮੈਂ ਨਹੀਂ ਹਾਂ। ਗੁਰੂ ਕਹਿੰਦਾ ਹੈ ਇਹਦੇ ਵਾਸਤੇ ਸਤਿਗੁਰੂ ਦੀ ਲੋੜ ਹੈ, ਗੁਰੂ ਦੀ ਲੋੜ ਹੈ। ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸਿਓ ਲੈਣ ਮਿਲਾਏ। ਕੋਈ ਜਨ ਹਰਸਿਓ ਦੇਵੇ ਜੋੜ। ਉਹਦੇ ਲਈ ਕੁਝ ਚਿਰ ਲਈ ਆਦਮੀ ਨੂੰ, ਇਨਸਾਨ ਨੂੰ, ਗੁਰੂ ਨੂੰ ਮਨ ਸੌਂਪਣਾ ਹੈ। ਗੁਰੂ ਨਾਲ ਇਸ ਤਰ੍ਹਾਂ ਰਹਿਣਾ ਹੈ ਜਿਵੇਂ ਗਿਆਨ ਹੁੰਦੇ ਹੋਏ ਵੀ ਜਿਵੇਂ ਗਿਆਨ ਨਹੀਂ ਹੈ। ਭਾਈ ਲਹਿਣਾ ਦੀ ਕਥਾ ਜੋ ਅਸੀਂ ਵਿਚਾਰੀ ਸੀ ਪਹਿਲਾਂ, ਜੋ ਗੁਰੂ ਕਹਿ ਰਿਹਾ ਹੈ ਉਹ ਸੱਤ ਹੈ, ਤਾਂ ਕਿ ਇਹ ਮਨ ਗਿਰ ਜਾਏ। ਇਹ ਹਉਮੈ ਵਾਲਾ ਮਨ, ਇੰਦਰੀਆਂ ਵਾਲਾ ਮਨ, ਇਸ ਤੋਂ ਪਾਰ ਦੇ ਮਨ ਵਿੱਚ ਜਾਣ ਦਾ ਗਿਆਨ ਹੋ ਜਾਏ।
ਜਿਵੇਂ ਕੋਈ ਬੱਚਾ ਹਨੇਰੇ ਵਿੱਚ ਆਪਣੇ ਮਾਤਾ ਪਿਤਾ ਦੀ ਉਂਗਲੀ ਪਕੜ ਲੈਂਦਾ ਹੈ, ਉਹ ਨਹੀਂ ਦੇਖਦਾ ਕਿ ਕਿਧਰ ਜਾ ਰਹੇ ਹਾਂ ਅਸੀਂ, ਉਹ ਛੱਡ ਦਿੰਦਾ ਹੈ ਆਪਣਾ ਦੇਖਣਾ, ਆਪਣੇ ਮਨ ਨੂੰ ਤਿਆਗ ਦਿੰਦਾ ਹੈ। ਉਸ ਨੂੰ ਮਾਤਾ ਪਿਤਾ ਦੀ ਉਂਗਲੀ ਹੀ ਉਹਦਾ ਸਭ ਕੁਝ ਹੈ। ਫਿਰ ਉਹਦਾ ਸਾਰੀ ਅੱਖਾਂ, ਨੌਲੇਜ, ਅਵੇਅਰਨੈਸ ਉਸ ਪਕੜ ਵਿੱਚ ਹੀ ਰਹਿ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਗੁਰੂ ਔਰ ਸਿੱਖ ਦਾ ਰਿਲੇਸ਼ਨਸ਼ਿਪ ਬਣਦਾ ਹੈ ਤਾਂ ਉਹਦੇ ਵਿੱਚ ਸਾਰਾ ਕੁਝ ਡਿਫਾਈਨ ਹੋ ਜਾਂਦਾ ਹੈ। ਉੱਥੇ ਫਿਰ ਸਿੱਖ ਦੇਖਣਾ ਛੱਡ ਦਿੰਦਾ ਹੈ ਜੀਵਨ ਨੂੰ ਕੀ ਹੈ। ਇਹਦਾ ਇਹ ਮਤਲਬ ਨਹੀਂ ਹੈ ਕਿ ਉਹ ਦੇਖਣਾ ਛੱਡ ਦੇਗਾ ਕਿ ਗੱਡੀ ਕਿੱਥੇ ਚਲਾਣੀ ਹੈ। ਇਹ ਅਸੀਂ ਪਲੇਨਸ ਨੂੰ ਮਿਕਸ ਕਰ ਰਹੇ ਹਾਂ। ਫਿਰ ਹਉਮੈ ਜੀਵਨ ਤਾਂ ਆਪਣੇ ਆਪ ਵਿੱਚ ਚੱਲਦਾ ਰਹੇਗਾ ਉਸੇ ਤਰ੍ਹਾਂ ਹੀ ਜਿਵੇਂ ਚੱਲਦਾ ਹੈ, ਪਰ ਹਉਮੈ ਦੇ ਪਾਰ ਦਾ ਇੱਕ ਨਵਾਂ ਜੀਵਨ ਕ੍ਰੀਏਟ ਹੋਏਗਾ। ਸਤਿਗੁਰ ਕੇ ਜਨਮੇ ਗਮਨ ਮਿਟਾਇਆ। ਮਨ ਦੀ ਥਿਰਤਾ ਵਿੱਚ ਇੱਕ ਨਵਾਂ ਜੀਵਨ ਖੁੱਲੇਗਾ। ਮੇਰੇ ਆਲੇ ਦੁਆਲੇ ਥਾਟਸ ਮੈਨੂੰ ਘੇਰੇ ਹੋਏ ਹਨ, ਮੈਨੂੰ ਨਜ਼ਰ ਨਹੀਂ ਆ ਰਿਹਾ ਜੀਵਨ ਕੀ ਹੈ, ਇੱਕ ਪਰਦਾ ਪਿਆ ਹੈ। ਪਰ ਮੈਂ ਕੁਝ ਚਿਰ ਲਈ ਖੜ ਗਿਆ, ਮੇਰੀ ਥਾਟਸ ਰੁਕ ਗਈਆਂ। ਲੋ ਐਂਡ ਸੁਰਤ ਕਰੇ, ਅੱਖਾਂ ਹੁਣ ਮਨ ਦੀਆਂ ਅੱਖਾਂ ਹੋ ਗਈਆਂ। ਇਹ ਫਿਜ਼ੀਕਲ ਅੱਖਾਂ ਨਹੀਂ ਹਨ। ਮਨ ਦੇ ਵਿੱਚ ਸਾਰਾ ਗਿਆਨ ਹੈ, ਸਭ ਨੂੰ ਗਿਆਨ ਹੈ, ਕਿਉਂਕਿ ਮਨ ਦਾ ਜਿਹੜਾ ਸੋਰਸ ਹੈ ਉਹ ਨਿਰੰਕਾਰ ਆਪ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਤਾਂ ਫਿਰ ਦਿਖ ਜਾਂਦਾ ਹੈ। ਗੁਰੂ ਕਹਿੰਦਾ ਫਿਰ ਦਿਖਦਾ ਹੈ। ਕੀ ਦਿਖੇਗਾ ਮਹਾਰਾਜ? ਬਾਹਰ ਭੀਤਰ ਇੱਕੋ ਜਾਣੇ। ਇਹ ਗੁਰ ਗਿਆਨ, ਇਹ ਗੁਰੂ ਨੇ ਗਿਆਨ ਦਿੱਤਾ। ਗੁਰੂ ਨੇ ਗਿਆਨ ਦੇ ਦਰਸ਼ਨ ਦੇ ਦਿੱਤੇ ਕਿ ਨਿਰੰਕਾਰ ਹੀ ਸਭ ਕੁਝ ਹੈ ਜੀਵਨ ਵਿੱਚ। ਇੱਕ ਨਵਾਂ ਪਲੇਨ ਖੁੱਲ ਗਿਆ। ਇਸ ਨੂੰ ਬ੍ਰਹਮ ਗਿਆਨ ਕਹਿੰਦੇ ਹਨ। ਫਿਰ ਜਿਸ ਨੂੰ ਗੋਡ ਰਿਅਲਾਈਜ਼ੇਸ਼ਨ, ਅੱਜ ਕੱਲ੍ਹ ਸ਼ਬਦ ਆਉਂਦੇ ਹਨ ਸੈਲਫ ਐਕਚੁਅਲਾਈਜ਼ੇਸ਼ਨ। ਭਟਕਣ ਤੋਂ ਦੂਰ ਇੱਕ ਥਿਰਤਾ ਮਨ ਦੀ ਮਿਲ ਗਈ, ਜਿੱਥੇ ਸਦਾ ਵਿਕਾਸ ਹੈ ਮਹਾਰਾਜ। ਤਾਂ ਫਿਰ ਉਹ ਬੱਚਾ ਜਦੋਂ ਆਪਣੇ ਮਾਤਾ ਪਿਤਾ ਦੀ ਉਂਗਲੀ ਪਕੜ ਕੇ ਹਨੇਰੇ 'ਚੋਂ ਚਾਨਣ ਵਿੱਚ ਪਹੁੰਚ ਜਾਂਦਾ ਹੈ, ਫਿਰ ਉਹ ਨਵੇਂ ਜੀਵਨ ਨੂੰ ਦੇਖਦਾ ਹੈ। ਇਸੇ ਤਰ੍ਹਾਂ ਸਿੱਖ ਹੈ ਗੁਰੂ ਦੇ ਨਾਲ। ਗੁਰੂ ਉਸ ਜੀਵਨ ਦੇ ਦਰਵਾਜ਼ੇ ਖੋਲ੍ਹਣਾ ਚਾਹੁੰਦਾ ਹੈ ਜਿੱਥੇ ਸਦਾ ਵਿਕਾਸ ਹੈ। ਗੁਰੂ ਕਹਿੰਦਾ ਹੈ ਇਹ ਧਨ ਤਿਨਾ ਮਿਲਿਆ ਜਿਨ੍ਹਾਂ ਹਰ ਆਪੇ ਪਾਣਾ। ਜਿਨ੍ਹਾਂ ਨੂੰ ਗੁਰੂ ਆਪ ਬਖਸ਼ਣਾ ਚਾਹੁੰਦਾ ਹੈ ਉਸ ਨੂੰ ਇਹ ਧਨ ਮਿਲਦਾ ਹੈ। ਜੀਵਨ ਦਾ ਧਨ ਕਰਮਾਂ ਤੋਂ ਮਿਲ ਸਕਦਾ ਹੈ, ਕਿਰਪਾ ਤੋਂ ਵੀ ਮਿਲਦਾ ਹੈ, ਕਿਉਂਕਿ ਕਾਮ ਤੇਨਾ ਹੈ। ਮਨ ਦੇ ਸੋਰਸ ਤੋਂ ਸਭ ਕੁਝ ਕ੍ਰੀਏਟ ਹੋ ਰਿਹਾ ਹੈ। ਔਰ ਜਦੋਂ ਨਿਰੰਕਾਰ ਔਰ ਗੁਰੂ ਦੇ ਨਾਲ ਮਨ ਜੁੜਦਾ ਹੈ ਤਾਂ ਫਿਰ ਉਹ ਮਨ ਇੱਕ ਰੂਪ ਹੋ ਜਾਂਦਾ ਹੈ। ਫਿਰ ਉਹਦੀ ਦਰਸ਼ਨਾਂ ਦੀ ਕੋਈ ਐਬਿਲਿਟੀ ਵਿੱਚ ਕੌਨਫਲਿਕਟ ਨਹੀਂ ਹੈ। ਜਿਵ ਜਿਵ ਹੁਕਮ ਤਿਵੇਂ ਤਿਵਕਾਰ। ਜੋ ਜੀਵਨ ਦਾ ਹੁਕਮ ਹੈ ਇਵੇਂ ਕਾਰ ਚੱਲਦੀ ਹੈ। ਗੁਰੂ ਸਾਨੂੰ ਸਮਝਾ ਰਿਹਾ ਹੈ ਕਿ ਜੀਵਨ ਦਾ ਅਸਲੀ ਮੂਲ, ਅਸਲੀ ਵਪਾਰ, ਅਸਲ ਸੁੱਖ, ਅਸਲ ਪ੍ਰੋਫਿਟ ਗੁਰੂ ਦੇ ਮਿਲਣ ਨਾਲ ਹੈ, ਨਿਰੰਕਾਰ ਨੂੰ ਜਾਣਨ ਨਾਲ ਹੈ। ਮੈਂ ਬਹੁਤ ਕੁਝ ਪੈਸਾ ਕਮਾ ਲਿਆ ਇੱਥੇ ਔਰ ਨਿਰੰਕਾਰ ਨੂੰ ਨਾ ਜਾਣਿਆ ਤਾਂ ਜੀਵਨ ਬੇਅਰਥ ਹੋ ਗਿਆ। ਮੈਂ ਜੀਵਨ ਵਿੱਚ ਕੁਝ ਵੀ ਨਾ ਕਮਾਇਆ, ਕਰਮਾਂ ਦੇ ਵਿੱਚ ਹੋ ਸਕਦਾ ਹੈ। ਨਿਰੰਕਾਰ ਨੂੰ ਜਾਣ ਲਿਆ ਤਾਂ ਉਹ ਪਰਮਾਨੈਂਟ ਜੀਵਨ ਵਿੱਚ ਸਦਾ ਵਿਕਾਸ, ਸਦਾ ਹਾਜ਼ਰ ਹੈ। ਕੋਈ ਕੌਨਫਲਿਕਟ ਨਹੀਂ ਹੈ ਫਿਰ। ਪਰ ਇਸ ਜੀਵਨ ਨੂੰ ਜੀਣ ਵਾਸਤੇ ਇਹਦਾ ਐਫਰਟ ਨਹੀਂ ਛੱਡਣਾ ਹੈ। ਇਹੀ ਸਾਨੂੰ ਸਿਖਾਏਗਾ ਜੀਵਨ ਹੈ ਕੀ ਅਸਲ ਵਿੱਚ। ਕਿਸੇ ਦੇ ਕਹੇ ਨਾਲ ਨਹੀਂ, ਮਨ ਦੇ ਵਿੱਚ ਜਦੋਂ ਫੈਸਲੇ ਹੋ ਗਏ ਸਾਡੇ ਤਾਂ ਮਨ ਭਟਕਣ ਵਿੱਚ ਨਿਕਲਦਾ ਹੈ, ਲੱਭਣ ਨਿਕਲਦਾ ਹੈ, ਤੁਰ ਜਾਂਦਾ ਹੈ ਜਿਵੇਂ
ਸੱਤ ਨੂੰ ਲੱਭਣ, ਤਾਂ ਗੁਰੂ ਨਾਲ ਮਿਲਣ ਉੱਥੇ ਹੁੰਦਾ ਹੈ ਫਿਰ। ਕਿਉਂਕਿ ਮੈਨੂੰ ਇਹ ਵੀ ਨਹੀਂ ਪਤਾ ਹੈ ਮੈਂ ਭਟਕਣਾ ਕਿੱਥੇ, ਜਾਣਾ ਕਿੱਥੇ ਹੈ। ਬਾਰ-ਬਾਰ ਗੁਰੂ ਕਹਿੰਦਾ ਹੈ ਕਿ ਬਾਹਰਲੇ ਜੀਵਨ ਨੂੰ ਕਮਾਉਣ ਵਾਸਤੇ ਬਾਹਰ ਦੇ ਐਫਰਟ ਕਰਨੇ ਹਨ, ਔਰ ਨਿਰੰਕਾਰ ਔਰ ਬ੍ਰਹਮ ਗਿਆਨ ਵਿੱਚ ਜਾਣ ਵਾਸਤੇ ਮਨ ਦੀ ਖੋਜ ਕਰਨੀ ਹੈ। ਕਿਵੇਂ ਖੋਜਾਂਗੇ ਮਨ ਨੂੰ? ਅਸੀਂ ਮਨ ਨੂੰ ਸਿਰਫ ਥਾਟਸ ਨਾਲ ਜਾਣਦੇ ਹਾਂ ਮਹਾਰਾਜ। ਜੋ ਵਿਚਾਰ ਹਨ ਉਹੀ ਮਨ ਹੈ ਮੇਰੇ ਲਈ, ਹੋਰ ਕੋਈ ਮਨ ਮੈਨੂੰ ਨਹੀਂ ਦਿਖਦਾ ਹੈ। ਕਦੇ ਕਦੇ ਹੋ ਸਕਦਾ ਹੈ ਮਨ ਸੁਪਨੇ ਵਿੱਚ ਮੈਨੂੰ ਕਦੇ ਕੋਈ ਦਰਸ਼ਨ ਹੋ ਜਾਂਦੇ ਹੋਣ ਮਨ ਦੇ ਹੋਰ ਤਰ੍ਹਾਂ ਨਾਲ, ਕਿਉਂਕਿ ਜਿਤਨੀ ਮੇਰੀ ਅਟੈਚਮੈਂਟਸ ਹਨ ਜੀਵਨ ਦੀਆਂ ਉਹੀ ਮੇਰੇ ਮਨ ਨੂੰ ਡਿਫਾਈਨ ਕਰਦਾ ਹੈ। ਤਾਂ ਇਸੇ ਤਰ੍ਹਾਂ ਜੀਵਨ ਦੇ ਸੱਤ ਨੂੰ ਜਾਣਨ ਵਾਸਤੇ ਮੈਂ ਇਸ ਮਨ ਵਿੱਚ ਉਤਰਦਾ ਹਾਂ, ਇਹਨਾਂ ਵਿਚਾਰਾਂ ਦੇ ਪਾਰ ਜਾਣ ਦਾ ਯਤਨ ਕਰਦਾ ਹਾਂ। ਉੱਥੇ ਹੀ ਗੁਰੂ ਦਾ ਮਿਲਨ ਹੁੰਦਾ ਹੈ। ਫਿਰ ਜਦ ਮੈਂ ਗੁਰੂ ਤੇ ਟਰਸਟ ਕਰਕੇ ਆਪਣੇ ਮਨ ਨੂੰ ਛੱਡ ਦਿੰਦਾ ਹਾਂ, ਗੁਰੂ ਤੇ ਆਪਣੀ ਥਾਟਸ ਨੂੰ ਛੱਡ ਦਿੰਦਾ ਹਾਂ, ਤਿਆਗ ਦਿੰਦਾ ਹਾਂ, ਤਾਂ ਗੁਰੂ ਨੇ ਕਿਹਾ ਕਿ ਸ਼ਬਦ ਔਰ ਸੁਰਤ ਦੀ ਇਸ ਖੇਡ ਵਿੱਚ ਮਨ ਨੂੰ ਲਗਾ ਦੇ, ਇਹਦਾ ਗਿਆਨ ਪ੍ਰਾਪਤ ਹੋ ਜਾਏਗਾ। ਜੀਵਨ ਕੀ ਹੈ? ਥਾਟਸ ਦੇ ਚੋਂ ਧਿਆਨ ਕੱਢ ਲੈ, ਉਹੀ ਧਿਆਨ ਸ਼ਬਦ ਵਿੱਚ ਲਗਾ ਦੇ। ਅਖੀਰ 'ਚ ਮਹਾਰਾਜ ਫਿਰ ਕਹਿੰਦੇ ਹਨ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਜਦੋਂ ਗੁਰੂ ਔਰ ਨਿਰੰਕਾਰ ਦੇ ਮੂਲ ਨੂੰ ਮੈਂ ਜਾਣਨ ਦਾ ਯਤਨ ਕਰਾਂਗਾ ਤਾਂ ਮਨ ਵਣਜਾਰਾ ਬਣੇਗਾ, ਮਨ ਟਰੇਡਰ ਬਣੇਗਾ। ਫਿਰ ਮਨ ਆਪਣੇ ਆਪ ਨੂੰ ਵੇਚ ਕੇ ਵੀ ਉਹਨੂੰ ਪ੍ਰਾਪਤ ਕਰੇਗਾ। ਸਤਿਗੁਰੂ ਉਸ ਮਾਰਗ ਨੂੰ ਦੱਸੇਗਾ ਗੁਰੂ ਮੈਨੂੰ। ਔਰ ਇਹੀ ਗੱਲ ਸਿੱਧਗੋਸ਼ਟ ਵਿੱਚ ਵੀ ਗੁਰੂ ਸਾਹਿਬ ਨੇ ਇਸੇ ਤਰ੍ਹਾਂ ਕੀਤੀ ਹੈ। ਸਾਚ ਵਖੜ ਕੇ ਹਮ ਵਣਜਾਰੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਆਈ ਟ੍ਰੇਡ ਇਨ ਟਰੁੱਥ। ਮੈਂ ਸੱਚ ਵਿੱਚ ਟ੍ਰੇਡ ਕਰਦਾ ਹਾਂ। ਸੱਤ ਦਾ ਮਤਲਬ ਜੋ ਸਦਾ ਵਿਗਾਸ ਹੈ, ਨਿਰੰਕਾਰ ਰੂਪ ਹੈ, ਚੇਂਜਿੰਗ ਵਿੱਚ ਨਹੀਂ ਹੈ, ਜੋ ਸਦਾ ਸਟੇਬਲ ਹੈ। ਨਿਰੰਕਾਰ ਨਾਲ ਜੋੜਨ ਲਈ ਸਾਨੂੰ ਗੁਰੂ ਯਤਨ ਕਰਦਾ ਹੈ। ਇਸ ਪੌੜੀ ਵਿੱਚ ਵੀ ਗੁਰੂ ਅਮਰਦਾਸ ਸਾਡੇ ਅੰਤਰ ਨੂੰ ਹਿਲਾ ਰਹੇ ਹਨ, ਸਾਨੂੰ ਦੱਸ ਰਹੇ ਹਨ ਕਿ ਜੀਵਨ ਨੂੰ ਜੀਂਦੇ ਹੋਏ ਅਸੀਂ ਕੁਝ ਰਾਸ ਕਮਾਉਂਦੇ ਹਾਂ, ਪੂੰਜੀ ਕਮਾਉਂਦੇ ਹਾਂ, ਟ੍ਰੇਡ ਕਰਦੇ ਹਾਂ, ਉਹ ਆਪਣੀ ਜਗ੍ਹਾ ਹੈ। ਪਰ ਜਦੋਂ ਮੂਲ ਮੇਰਾ ਨਿਰੰਕਾਰ ਹੋਏਗਾ ਤਾਂ ਗੁਰੂ ਮੈਨੂੰ ਮਿਲਾਏਗਾ ਉਸ ਨਾਲ, ਔਰ ਉਸ ਨੂੰ ਜਪਣ ਨਾਲ ਮੈਨੂੰ ਲਾਭ ਮਿਲੇਗਾ, ਲਾਹਾ ਮਿਲੇਗਾ। ਉਸ ਦੁਨੀਆ ਦੇ ਕਮਾਈ ਇੱਥੇ ਹੀ ਛੱਡ ਕੇ ਜਾਣੀ ਹੈ, ਔਰ ਇਸ ਦੁਨੀਆ ਦੀ ਕਮਾਈ ਸਦਾ ਨਾਲ ਰਹਿਣੀ ਹੈ। ਇੱਥੇ ਸਦਾ ਵਿਕਾਸ ਹੈ, ਆਨੰਦ ਹੈ। ਇੱਥੇ ਖੇੜਾ ਹੈ ਉਹ ਜੋ ਕਦੇ ਲਿਆ ਨਹੀਂ ਜਾ ਸਕਦਾ ਮੇਰੇ ਤੋਂ। ਤਾਂ ਇਹਦੇ ਵਿੱਚ ਇੱਕ ਐਮਪਾਵਰਮੈਂਟ ਆਉਂਦੀ ਹੈ। ਕੋਈ ਜਦੋਂ ਮੈਨੂੰ ਕੁਝ ਵਸਤੂ ਅਗਰ ਮਿਲ ਗਈ ਜੋ ਮੈਨੂੰ ਕਦੇ ਕੋਈ ਲੈ ਨਹੀਂ ਸਕਦਾ, ਇਸ ਤੋਂ ਜ਼ਿਆਦਾ ਪਾਵਰਫੁਲ ਸਿਚੁਏਸ਼ਨ ਹੈ ਨਹੀਂ ਜੀਵਨ ਵਿੱਚ। ਤਾਂ ਗੁਰੂ ਕਹਿੰਦੇ ਨੇ ਅਸਲ ਰਾਜ ਹੈ। ਮਹਾਰਾਜ ਨੇ ਇਹ ਸ਼ਬਦ ਵਿੱਚ ਕਿਹਾ ਹੈ ਕਿ ਧਰਤੀ ਦੇ ਜਿਹੜੇ ਰਾਜੇ ਨੇ ਉਹ ਕਾਹਦੇ ਰਾਜੇ ਨੇ? ਇੱਕੋ ਰਾਜ ਹੈ ਦੁਨੀਆ ਵਿੱਚ, ਰਾਜਾ ਹੈ, ਉਹ ਨਿਰੰਕਾਰ ਹੈ। ਗੁਰੂ ਕਹਿੰਦਾ 4 ਦਿਨਾਂ ਲਈ ਇਹ ਹੈਗੇ ਰਾਜ। ਕੀ ਅਸੀਂ ਫਿਰ ਜੀਵਨ ਨੂੰ ਇੱਕ ਪੱਖੀ ਜੀਏ? ਪ੍ਰਸ਼ਨ ਉੱਠਦਾ ਹੈ। ਮਹਾਰਾਜ ਨੇ ਇਹ ਨਹੀਂ ਕਿਹਾ। ਮਹਾਰਾਜ ਨੇ ਕਿਹਾ ਹੈ ਕਿ ਜੋ ਫਿਜ਼ੀਕਲ ਜੀਵਨ ਹੈ ਉਹਦਾ ਐਫਰਟ ਆਪਣੀ ਜਗ੍ਹਾ ਚੱਲੇਗਾ, ਪਰ ਇਹਨੂੰ ਜਾਣ ਲਈਏ ਕਿ ਇਹ ਜਿਹੜਾ ਅੱਖਾਂ ਦੇਖੀ ਇੰਦਰੀਆਂ ਵਾਲਾ ਜੀਵਨ ਹੈ ਸਦਾ ਲਈ ਨਹੀਂ ਹੈ। ਤਾਂ ਜਿਹੜਾ ਐਫਰਟ ਹੈ ਉਸ ਹਿਸਾਬ ਨਾਲ ਹੀ ਹੋਣਾ ਚਾਹੀਦਾ ਹੈ। ਜੋ ਸਦਾ ਲਈ ਜੀਵਨ ਮਿਲ ਸਕਦਾ ਹੈ ਉਸ ਨੂੰ ਇਸ ਜੀਵਨ 'ਚੋਂ ਕਮਾਇਆ ਜਾ ਸਕਦਾ ਹੈ। ਇਸ ਲਈ ਇਹ ਜੀਵਨ ਵੀ ਇੰਪੋਰਟੈਂਟ ਹੈ। ਇਹ ਧਰਮਸਾਲ ਹੈ।
ਇੱਥੇ ਧਰਮ ਕਮਾਇਆ ਜਾਂਦਾ ਹੈ। ਇੱਥੇ ਮਨ ਦੇ ਤਹਿ ਦੇ ਵਿੱਚ ਉਤਰ ਕੇ ਮਨ ਦੇ ਸੱਤ ਨੂੰ ਰਿਵੀਲ ਕੀਤਾ ਜਾ ਸਕਦਾ ਹੈ। ਇਸ ਜੀਵਨ ਨੂੰ ਜਿੰਦੇ ਜੀ, ਉਸ ਤੋਂ ਬਾਅਦ ਨਹੀਂ। ਗੁਰੂ ਅਮਰਦਾਸ ਮਹਾਰਾਜ ਨਿਰੰਕਾਰ ਦੀ ਉਸ ਫਲਾਈਟ ਵਿੱਚ ਸਾਨੂੰ ਲਿਜਾਂਦੇ ਹਨ, ਸਮਝਾ ਰਹੇ ਹਨ ਕਿ ਜੀਵਨ ਦਾ ਕੰਪਲੀਟ ਪਰਸਪੈਕਟਿਵ ਕੀ ਹੈ, ਅਸੀਂ ਕਿੱਥੇ ਐਨਰਜੀ ਲਗਾਣੀ ਹੈ, ਕਿਸ ਨੂੰ ਪੁਕਾਰਨਾ ਹੈ, ਇਹ ਸਾਡੀ ਚੋਇਸਿਸ ਹਨ। ਇਸ ਤੋਂ ਮੇਰਾ ਜੀਵਨ ਡਿਫਾਈਨ ਹੋਏਗਾ। ਜਿਵੇਂ ਗੁਰੂ ਅਰਜਨ ਸਾਹਿਬ ਸਾਨੂੰ ਉਪਦੇਸ਼ ਕਰਦੇ ਹਨ ਕਿ ਅਸੀਂ ਪੁਕਾਰੀਏ, ਅੰਧਕੂਪ ਮੇ ਪਤਿਤ ਵਿਕਰਾਲ, ਨਾਨਕ ਕਾਢ ਲਹਿ ਪ੍ਰਭ ਦਿਆਲ, ਕਰਤਾਰ ਕਰੁਣਾ ਮੇ ਦੀਨ ਬੇਨਤੀ ਕਰੇ। ਉਸ ਰਾਸ ਨੂੰ ਜਾਣਨ ਲਈ, ਉਸ ਮੂਲ ਧਨ ਨੂੰ ਜਾਣਨ ਲਈ ਜਿਹੜੇ ਜੀਵਨ ਦੇ ਤੱਤ ਵਿੱਚ ਵਸਿਆ ਹੈ ਮਹਾਰਾਜ, ਜਿੱਥੇ ਸਦਾ ਵਿਕਾਸ ਦੀ ਪੂੰਜੀ ਮਿਲਦੀ ਹੈ, ਲਾਹਾ ਮਿਲਦਾ ਹੈ, ਜਿੱਥੇ ਪਰਮਾਨੈਂਸ ਮਿਲਦਾ ਹੈ, ਨਿਰੰਕਾਰ ਦਾ ਸਦਾ ਵਿਕਾਸ ਮਿਲਦਾ ਹੈ। 31ਵੀਂ ਪੌੜੀ ਦੀ ਵਿਚਾਰ ਅੱਜ ਦੀ ਇੰਨੀ ਪ੍ਰਵਾਨ ਕਰਨਾ। ਆਪ ਕੁਝ ਕਹਿਣਾ ਚਾਹੋ, ਪੁੱਛਣਾ ਚਾਹੋ, ਦੱਸਣਾ ਚਾਹੋ, ਜੀ ਆਇਆਂ ਨੂੰ ਜ਼ਰੂਰ। ਮੇਰੀ ਗਲਤੀਆਂ ਖਿਮਾ ਕਰ ਦੇਣਾ ਹਜ਼ੂਰ। ਗੁਰੂ ਦੇ ਦਰਸ਼ਨ ਸੰਗਤ ਵਿੱਚ ਹੁੰਦੇ ਹਨ ਮਹਾਰਾਜ। ਆਪ ਦਾ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।